ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰੰ ਚੜ ਜਾਇ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਇ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ। ਉਤ ਭੂਖੈ ਖਾਏ ਚਲੀਐ ਹੈ ਦੁਖ, ਸੋ ਕਿਉ ਵਿਸਰੈ ਮੇਰੀ ਮਾਏ। ਸਾਚਾ ਸਾਹਿਬ ਸਾਚੇ ਨਾਏ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ। ਆਖ ਥਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ। ਵੱਡਾ ਨਾ ਹੋਵੈ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੈ ਸੋਗ। ਦੇਂਦਾ ਰਹਿ ਨਾ ਚੁਕੈ ਭੋਗ, ਗੁਣ ਇਹੋ ਹੋਰ ਨਾਹੀ ਕੋਇ। ਨਾ ਕੋ ਹੋਆ ਨਾ ਕੋ ਹੋਏ, ਜੇਵਡ ਆਪ ਤੇਵਡ ਤੇਰੀ ਦਾਤ। ਜਿਨ ਦਿਨ ਕਰਕੈ ਕੀਤੀ ਰਾਤ, ਖਸਮ ਵਿਸਾਰਹਿ ਤੇ ਕਮ ਜਾਤ। ਨਾਨਕ ਨਾਵੈ ਬਾਝ ਸਨਾਤ, ਜੇਵਡ ਆਪ ਤੇਵਡ ਤੇਰੀ ਦਾਤ। ਜਿਨ ਦਿਨ ਕਰਕੈ ਕੀਤੀ ਰਾਤ, ਖਸਮ ਵਿਸਾਰੈ ਤੇ ਕਮ ਜਾਤ। ਨਾਨਕ ਨਾਵੈ ਬਾਝ ਸਨਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਭਗਤ ਵਛਲ ਕਰੁਣਾ ਨਿਦਾਨ
ਮਿਹਰ ਦੇ ਖਜ਼ਾਨੇ, ਦੀਨਾਂ ਉੱਤੇ ਦਇਆਲਤਾ ਕਰਨ ਵਾਲੇ ਦੀਨਾਨਾਥ ਸੱਚੇ ਪਾਤਸ਼ਾਹ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਦਰਸ਼ਨ ਕਰ ਰਹੇ ਹਾਂ। ਸਤਿਗੁਰਾਂ ਦੇ ਵਡਭਾਗੇ ਹਾਂ। ਨਿਤਨੇਮ ਸਾਹਿਬ ਦਾ ਜਾਪ ਗੁਰਦੁਆਰਾ ਸਾਹਿਬ ਵਿਖੇ ਹੋਇਆ। ਹੁਣ ਇਸ ਵਕਤ ਜੋ ਲੜੀਵਾਰ ਕਥਾ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਆਰੰਭ ਕਰਵਾਈ ਹੈ, ਉਸ ਦਾ ਜੋ ਸਮਾਂ ਹੈ, ਸਾਰੀ ਹੀ ਸੰਗਤ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਏ। ਪਹੁੰਚ ਕਰਕੇ ਸਤਿਗੁਰਾਂ ਦੀ ਇਲਾਹੀ ਗੁਰਬਾਣੀ ਦੀ ਕਥਾ ਦੇ ਨਾਲ ਜੁੜਨਾ ਕਰੀਏ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਹੇ ਜੀਵ, ਇਹ ਮਨੁੱਖਾ ਦੇਹੀ ਤੈਨੂੰ ਪ੍ਰਾਪਤ ਹੋਈ ਹੈ। ਇਹ ਪਰਮੇਸ਼ਰ ਨੂੰ ਮਿਲਣ ਦੀ ਤੈਨੂੰ ਇਹ ਵਾਰੀ ਮਿਲੀ ਹੈ, ਮੌਕਾ ਮਿਲਿਆ ਹੈ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਸ ਦੇਹੀ ਨੂੰ ਪ੍ਰਾਪਤ ਕਰਨ ਵਾਸਤੇ ਤਾਂ ਦੇਵਤੇ ਵੀ ਤਰਸਦੇ ਹਨ ਕਿ ਸਾਨੂੰ ਇਹ ਜੋ ਦੇਹੀ ਮਨੁੱਖਾ ਦੇਹੀ ਹੈ ਇਹ ਪ੍ਰਾਪਤ ਹੋ ਜਾਵੇ। ਕਿਉਂਕਿ ਜਿਸ ਪ੍ਰਕਾਰ ਜੋ ਬਾਕੀ ਜੀਵ ਜੰਤੂ ਪਸ਼ੂ ਪੰਛੀ ਹਨ, ਤਿਨਾਂ ਦੇ ਪਾਸ ਸਰੀਰ ਤਾਂ ਹੈ ਪਰ ਮਨ ਨਹੀਂ। ਉਹ ਸੋਚ ਵਿਚਾਰ ਨਹੀਂ ਕਰ ਸਕਦੇ, ਪਰਮੇਸ਼ਰ ਦਾ ਨਾਮ ਨਹੀਂ ਜਪ ਸਕਦੇ। ਅਤੇ ਇਸ ਪ੍ਰਕਾਰ ਜੋ ਦੇਵਤੇ ਹਨ, ਤਿਨਾਂ ਦੇ ਪਾਸ ਮਨ ਤਾਂ ਹੈ ਪਰ ਉਹਨਾਂ ਪਾਸ ਸਰੀਰ ਨਹੀਂ ਜੋ ਪਰਮੇਸ਼ਰ ਦੀ ਬੰਦਗੀ ਉਹ ਕਰ ਸਕਣ। ਇਸੇ ਪ੍ਰਕਾਰ ਹੈ ਜੀਵ, ਤੈਨੂੰ ਇਹ ਮਨੁੱਖਾ ਦੇਹੀ ਪਰਮੇਸ਼ਰ ਨੇ ਦਾਤ ਦਿੱਤੀ ਹੈ। ਇਸ ਦੇ ਵਿੱਚ ਤੈਨੂੰ ਸਰੀਰ ਵੀ ਮਿਲਿਆ ਹੈ ਅਤੇ ਮਨ ਵੀ। ਦੋਨੇ ਚੀਜ਼ਾਂ ਤੇਰੇ ਪਾਸ ਹਨ, ਜਿਸ ਦੇ ਨਾਲ ਤੂੰ ਪਰਮੇਸ਼ਰ ਦੀ ਸਿਫਤ ਸਲਾਹ ਕਰਕੇ ਪਰਮੇਸ਼ਰ ਦੇ ਨਾਲ ਇੱਕਮਿਕ ਹੋ ਸਕਦਾ ਹੈ। ਸੋ ਐਸੀ ਬਖਸ਼ਿਸ਼ ਸਤਿਗੁਰਾਂ ਨੇ ਸਾਡੇ ਉੱਪਰ ਕੀਤੀ ਹੈ। ਇਹ ਆਪਾਂ ਵਾਰੀ ਨਾ ਖੁੰਝਾ ਦਈਏ ਪਰਮੇਸ਼ਰ ਨਾਲ ਮਿਲਣ ਦੀ, ਅਤੇ ਪਹੁੰਚ ਕੇ ਗੁਰਦੁਆਰਾ ਸਾਹਿਬ ਵਿਖੇ ਸਤਿਗੁਰਾਂ ਦੇ ਚਰਨੀ ਢਹਿ ਪਈਏ। ਸਤਿਗੁਰਾਂ ਗਾੜੀ ਅਰਦਾਸ ਬੇਨਤੀ ਕਰੀਏ ਕਿ ਸਤਿਗੁਰੂ ਸਾਡੇ ਉੱਪਰ ਬਖਸ਼ਿਸ਼ ਕਰੋ। ਅਤੇ ਅਰਦਾਸ ਬੇਨਤੀ ਸੁਣ ਕੇ ਸਤਿਗੁਰੂ ਬਖਸ਼ਿਸ਼ਾਂ ਕਰਦੇ ਹਨ। ਸੋ ਸਾਧ ਸੰਗਤ, ਹੁਣ ਕਥਾ ਵਿਚਾਰ ਦਾ ਸਮਾਂ ਹੈ। ਜੋ ਸਤਿਗੁਰਾਂ ਨੇ ਫਰਮਾਇਆ ਹੈ, ਮੂਕ ਉਚਰੈ ਸ਼ਾਸਤਰ ਖਟ। ਜਿਹੜੇ ਮੂਰਖ ਹੁੰਦੇ ਹਨ, ਸ਼ਾਸਤਰ ਖਟ ਉਚਾਰਨ ਲੱਗ ਪੈਂਦੇ ਹਨ, ਸ਼ਾਸਤਰਾਂ ਦੇ ਗਿਆਤਾ ਹੋ ਜਾਂਦੇ ਹਨ। ਜੇਕਰ ਹੇ ਪਰਮੇਸ਼ਰ ਤੁਸੀਂ ਕਿਰਪਾ ਕਰ ਦਿਓ। ਪਿੰਗ ਗਿਰੰਗ ਚੜ੍ਹ ਜਾਏ, ਅਤੇ ਜਿਹੜੇ ਪਿੰਗਲੇ ਹੁੰਦੇ ਹਨ ਪੈਰਾਂ ਤੋਂ, ਉਹ ਪਹਾੜ ਦੇ ਉੱਪਰ ਵੀ ਚੜ੍ਹ ਜਾਂਦੇ ਹਨ। ਜੇਕਰ ਹੇ ਪਰਮੇਸ਼ਰ, ਹੇ ਸਤਿਗੁਰੂ ਤੁਹਾਡੀ ਮਿਹਰ ਹੋ ਜਾਵੇ। ਅੰਧ ਲਖੈ, ਅਤੇ ਜਿਹੜੇ ਅੱਖਾਂ ਤੋਂ ਅੰਨੇ ਅਤੇ ਮਨ ਕਰਕੇ ਅੰਨੇ ਹੁੰਦੇ ਹਨ, ਉਹਨਾਂ ਨੂੰ ਪਰਮੇਸ਼ਰ ਕਿਰਪਾ ਕਰ ਦੇਵੇ ਤਾਂ ਇਸ ਸੰਸਾਰ ਦੇ ਅੰਦਰ ਉਹਨਾਂ ਨੂੰ ਦਿਖਣ ਲੱਗ ਪੈਂਦਾ ਹੈ ਅਤੇ ਪਰਮੇਸ਼ਰ ਵੀ ਉਹਨਾਂ ਨੂੰ ਦਿਖਣ ਲੱਗ ਪੈਂਦਾ ਹੈ। ਬਦਰਉ ਸੁਣੈ, ਅਤੇ ਜਿਹੜੇ ਬੋਲੇ ਹੁੰਦੇ ਹਨ ਕੰਨਾਂ ਤੋਂ, ਉਹਨਾਂ 'ਤੇ ਜੇਕਰ ਪਰਮੇਸ਼ਰ ਕਿਰਪਾ ਕਰ ਦੇਵੇ, ਜਾਓ ਕਾਲ ਕਿਰਪਾ ਕਰਾਏ, ਤਾਂ ਉਹ ਸੁਣਨ ਦੇ ਸਮਰੱਥ ਹੋ ਜਾਂਦੇ ਹਨ। ਐਸੀ ਸਤਿਗੁਰੂ ਬਖਸ਼ਿਸ਼ ਕਰਨ ਜੋ ਕਥਾ ਵਿਚਾਰ ਆਪ ਕਰਾ ਲੈਣ।
ਸਾਡੇ ਅੰਦਰ ਬਲ ਨਹੀਂ ਜੋ ਕਥਾ ਵਿਚਾਰ ਸਤਿਗੁਰਾਂ ਦਾ ਜੋ ਹਰ ਜਸ ਕੀਰਤਨ ਹੈ ਉਹ ਕਹਿ ਸਕੀਏ। ਸਤਿਗੁਰੂ ਆਪ ਕਿਰਪਾ ਕਰਨ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਾਰੀ ਹੀ ਸੰਗਤ ਦੋਏ ਕਰ ਜੋੜ ਸਤਿਗੁਰਾਂ ਦੇ ਅੱਗੇ ਸੀਸ ਨਿਵਾਈਏ ਤੇ ਇਕਾਗਰਤਾ ਬਖਸ਼ਦੇ ਹੋਏ ਸਾਰੀ ਹੀ ਸੰਗਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਓ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਇਹ ਪਾਵਨ ਸ਼ਬਦ ਆਖਾ ਜੀਵਾ ਵਿਸਰੈ ਮਰ ਜਾਓ। ਸਾਧ ਸੰਗਤ ਇਹ ਜੋ ਪਵਿੱਤਰ ਸ਼ਬਦ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਦੋ ਜਗ੍ਹਾ ਉੱਤੇ ਦਰਜ ਕੀਤਾ ਗਿਆ ਹੈ। ਪਹਿਲਾ ਜੋ ਆਪਾਂ ਸਰਵਣ ਹੁਣ ਕਰ ਰਹੇ ਹਾਂ ਸ੍ਰੀ ਰਹਿਰਾਸ ਸਾਹਿਬ ਜੀ ਦੇ ਅੰਦਰ ਇਹ ਸ਼ਬਦ ਦਰਜ ਕੀਤਾ ਹੈ ਅਤੇ ਦੂਸਰਾ ਆਸਾ ਰਾਗ ਦੇ ਅੰਦਰ ਜੋ ਅੰਗ 349 ਦੇ ਉੱਪਰ ਇਹ ਪਾਵਨ ਸ਼ਬਦ ਸਤਿਗੁਰਾਂ ਨੇ ਦਰਜ ਕੀਤਾ ਹੈ। ਦੋਨਾਂ ਹੀ ਸ਼ਬਦਾਂ ਦੇ ਅੰਦਰ ਜੋ ਸ਼ਬਦ ਹਨ ਉਹਨਾਂ ਦੇ ਅੰਦਰ ਭੇਦ ਹੈ, ਪਰ ਸਾਧ ਸੰਗਤ ਜੋ ਦੋਨਾਂ ਸ਼ਬਦਾਂ ਦਾ ਭਾਵ ਹੈ ਅਰਥ ਹਨ ਉਹ ਦੋਵਾਂ ਦੇ ਹੀ ਇੱਕੋ ਜਿਹੇ ਹਨ। ਇਸੇ ਪ੍ਰਕਾਰ ਸਤਿਗੁਰੂ ਫਰਮਾਉਂਦੇ ਹਨ ਆਖਾ ਜੀਵਾ। ਜੋ ਇਹ ਪਵਿੱਤਰ ਸ਼ਬਦ ਹੈ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਨੇ ਉਸ ਸਮੇਂ ਉਚਾਰਨ ਕੀਤਾ ਜਿਸ ਸਮੇਂ ਜਗਤ ਗੁਰੂ ਸੰਸਾਰ ਨੂੰ ਤਾਰਦੇ ਹੋਏ ਉਦਾਸੀਆਂ ਤੇ ਗਏ ਸਨ ਤੇ ਉੱਥੋਂ ਜਿਸ ਸਮੇਂ ਪਰਤੇ ਸਨ ਤਾਂ ਸਤਿਗੁਰੂ ਤਕਰੀਬਨ 12 ਸਾਲ ਬਾਅਦ ਜੋ 12 ਸਾਲ ਬਾਅਦ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜਗਤ ਨੂੰ ਤਾਰ ਕੇ ਘਰ ਵਾਪਸ ਪਰਤੇ ਸਨ ਤਾਂ ਉਸ ਸਮੇਂ ਘਰ ਆਉਣ ਕਰਕੇ ਜੋ ਸਤਿਗੁਰਾਂ ਦੀ ਬਿਰਤੀ ਸੀ ਉਹ ਸਦਾ ਹੀ ਪਰਮੇਸ਼ਰ ਦੇ ਰੰਗ ਵਿੱਚ ਰੰਗੀ ਰਹਿੰਦੀ ਸੀ। ਸਤਿਗੁਰੂ ਸਦਾ ਹੀ ਪਰਮੇਸ਼ਰ ਦਾ ਸਿਮਰਨ ਅਤੇ ਜਾਪ ਅਤੇ ਉਸ ਦੀ ਸਿਫਤ ਸਲਾਹ ਕਰਦੇ ਰਹਿੰਦੇ ਸਨ ਅਤੇ ਹੋਰ ਕਿਸੇ ਵੀ ਕਾਰਜ ਵੱਲ ਬਹੁਤਾ ਖਿਆਲ ਨਹੀਂ ਸੀ ਕਰਦੇ ਅਤੇ ਨਾ ਹੀ ਸਤਿਗੁਰਾਂ ਦੀ ਰੁਚੀ ਬਹੁਤਾ ਖਾਣ ਪੀਣ ਵੱਲ ਸੀ ਅਤੇ ਨਾ ਹੀ ਪਹਿਨਣ ਕਰਨ ਵੱਲ। ਇਹ ਸਤਿਗੁਰਾਂ ਦਾ ਬਿਰਦ ਦੇਖਦੇ ਹੋਏ ਜੋ ਧੰਨ ਮਾਤਾ ਤ੍ਰਿਪਤਾ ਜੀ ਹਨ ਉਹਨਾਂ ਨੇ ਸਤਿਗੁਰਾਂ ਨੂੰ ਆਖਿਆ ਕਿ ਹੇ ਸਪੁੱਤਰ ਤੁਸੀਂ ਪਰਮੇਸ਼ਰ ਦੀ ਬੰਦਗੀ ਕਰਦੇ ਹੋ, ਸਦਾ ਹੀ ਪਰਮੇਸ਼ਰ ਦੇ ਨਾਲ ਜੁੜੇ ਰਹਿੰਦੇ ਹੋ, ਪਰ ਹੇ ਪੁੱਤਰ ਇਸ ਸੰਸਾਰ ਉੱਪਰ ਹੋਰ ਬਹੁਤ ਜੀਵ ਹਨ ਜੋ ਪਰਮੇਸ਼ਰ ਦੀ ਬੰਦਗੀ ਕਰਦੇ ਹਨ, ਦੇਖੀਦੇ ਹਨ। ਉਹ ਕੋਈ ਅੱਧਾ ਘੰਟਾ ਸਤਿਗੁਰਾਂ ਦਾ ਸਿਮਰਨ ਕਰਕੇ ਨਿਤਨੇਮ ਕਰਕੇ ਅਤੇ ਫਿਰ ਸੰਸਾਰ ਦੇ ਕਾਰਜ ਵਿੱਚ ਲੱਗ ਜਾਂਦਾ ਹੈ। ਕੋਈ ਬਹੁਤਾ 2 ਘੰਟੇ, ਕੋਈ ਘੰਟਾ ਅਤੇ ਵੱਧ ਤੋਂ ਕੋਈ 4 ਘੰਟੇ ਸਿਮਰਨ ਕਰਕੇ ਅਤੇ ਇਸ ਪ੍ਰਕਾਰ ਸੰਸਾਰ ਦੇ ਅੰਦਰ ਕੰਮਾਂ ਕਾਰਾਂ ਦੇ ਵਿੱਚ ਸੰਸਾਰ ਦੇ ਕਾਰ ਵਿਹਾਰ ਦੇ ਵਿੱਚ ਲੱਗ ਜਾਂਦਾ ਹੈ। ਅਤੇ ਇਸ ਪੁੱਤਰ ਤੁਸੀਂ ਤਾਂ 8 ਪਹਿਰ ਹੀ ਉਸ ਪਰਮੇਸ਼ਰ ਦੀ ਬੰਦਗੀ ਦੇ ਅੰਦਰ ਜੁੜੇ ਰਹਿੰਦੇ ਹੋ। ਤੁਹਾਨੂੰ ਤਾਂ ਖਾਣ ਪੀਣ ਦੇ ਵਿੱਚ ਵੀ ਕੋਈ ਬਹੁਤੀ ਰੁਚੀ ਨਹੀਂ, ਨਾ ਹੀ ਤੁਸੀਂ ਪਰਿਵਾਰ ਦੇ ਨਾਲ ਬੈਠ ਕੇ ਸੰਸਾਰਕ ਗੱਲਾਂ ਵਿਹਾਰਕ ਗੱਲਾਂ ਬਾਤਾਂ ਕਰਦੇ ਹੋ। ਅਤੇ ਮਾਤਾ ਜੀ ਕਹਿਣ ਲੱਗੇ ਕਿ ਸਾਨੂੰ ਵੀ ਦੱਸਣਾ ਕਰੋ ਕਿ ਇਹ ਜੋ ਸਤਿਗੁਰਾਂ ਦਾ ਪਰਮੇਸ਼ਰ ਦਾ ਜੋ ਨਾਮ ਸਿਮਰਨਾ ਬੰਦਗੀ ਕਰਨੀ ਹੈ ਇਹ ਤੁਹਾਨੂੰ ਕਿੰਨਾ ਕੁ ਪਿਆਰਾ ਲੱਗਦਾ ਹੈ ਜੋ ਤੁਸੀਂ ਇਸ ਨੂੰ ਛੱਡ ਨਹੀਂ ਸਕਦੇ। ਤਾਂ ਇਹ ਕਿਰਪਾ ਕਰਦੇ ਹੋਏ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਇਹ ਸ਼ਬਦ ਮਾਤਾ ਜੀ ਪ੍ਰਥਾਏ ਉਚਾਰਨਾ ਕਰਦੇ ਹਨ। ਆਸਾ ਮਹੱਲਾ ਪਹਿਲਾ।
ਆਖਾਂ ਜੀਵਾਂ ਵਿਸਰੈ ਮਰ ਜਾਓ। ਆਸਾ ਰਾਗ ਦੇ ਅੰਦਰ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਹਿਲੇ ਪਾਤਸ਼ਾਹ ਫਰਮਾਉਂਦੇ ਹਨ, ਹੇ ਮਾਤਾ ਜੀ, ਆਖਾਂ ਜੀਵਾਂ, ਜੇ ਮੈਂ ਉਸ ਪਰਮੇਸ਼ਰ ਦਾ ਨਾਮ ਆਖਦਾ ਹਾਂ, ਸਿਮਰਨ ਕਰਦਾ ਹਾਂ, ਜੀਵਾਂ, ਮੈਂ ਜਿਉਂਦਾ ਰਹਿੰਦਾ ਹਾਂ। ਅਤੇ ਹੇ ਮਾਤਾ ਜੀ, ਜੇ ਸਮੇਂ ਮੈਂ ਪਰਮੇਸ਼ਰ ਨੂੰ ਵਿਸਰ ਜਾਂਦਾ ਹਾਂ, ਭਾਵ ਕਿ ਮੈਂ ਸਿਮਰਨ ਕਰਨਾ ਛੱਡ ਦਿੰਦਾ ਹਾਂ, ਹੋਰ ਕਾਰਜ ਵਿੱਚ ਲੱਗਦਾ ਹਾਂ, ਮਰ ਜਾਓ। ਤੇ ਹੇ ਮਾਤਾ ਜੀ, ਮੇਰਾ ਮਰਨ ਹੋ ਜਾਂਦਾ ਹੈ ਉਸ ਵੇਲੇ। ਗੁਰਬਾਣੀ ਅੰਦਰ ਫਰਮਾਨ ਹੈ, ਮਰਣੰ ਬਿਸਰਣੰ ਗੋਬਿੰਦ ਹੈ, ਜੀਵਨੰ ਹਰ ਨਾਮ ਧਿਆਵਣ ਹੈ। ਜੋ ਸੱਚੇ ਭਗਤ, ਜੋ ਪਰਮੇਸ਼ਰ ਦੇ ਪੂਰਨ ਭਗਤ ਹਨ, ਉਹਨਾਂ ਦਾ ਤਾਂ ਜੀਵਨ ਹੀ ਸਤਿਗੁਰਾਂ ਦੇ ਸਿਮਰਨ ਕਰਨ ਦੇ ਨਾਲ ਹੀ ਚੱਲਦਾ ਹੈ। ਅਤੇ ਜੇਕਰ ਉਹਨਾਂ ਨੂੰ ਪਰਮੇਸ਼ਰ ਵਿਸਰਦਾ ਹੈ, ਮਰਨ ਹੈ, ਭਾਵ ਉਹਨਾਂ ਦਾ ਮਰਨ ਹੁੰਦਾ ਹੈ, ਉਹ ਪਰਮੇਸ਼ਰ ਦੇ ਨਾਮ ਨੂੰ ਛੱਡ ਨਹੀਂ ਸਕਦੇ। ਇਸ ਪ੍ਰਕਾਰ ਹੀ ਮਾਤਾ ਜੀ, ਸਾਨੂੰ ਜੋ ਪਰਮੇਸ਼ਰ ਦਾ ਨਾਮ ਇਤਨਾ ਪਿਆਰਾ ਲੱਗਦਾ ਹੈ, ਇਸੇ ਹੀ ਪ੍ਰਕਾਰ ਆਖਾਂ ਜੀਵਾਂ, ਜਿਹੜੇ ਜੀਵ ਹੇ ਪਰਮੇਸ਼ਰ ਤੁਹਾਨੂੰ ਆਖਦੇ ਹਨ, ਤੁਹਾਡਾ ਸਿਮਰਨ ਕਰਦੇ ਹਨ, ਜੀਵਾ, ਉਹੀ ਇਸ ਸੰਸਾਰ ਦੇ ਅੰਦਰ ਜਿਉਂਦੇ ਗਿਣੇ ਜਾਂਦੇ ਹਨ। ਵਿਸਰੈ, ਤੇ ਜਿਹੜੇ ਹੇ ਪਰਮੇਸ਼ਰ ਤੁਹਾਡਾ ਨਾਮ ਸਿਮਰਨਾ ਛੱਡ ਦਿੰਦੇ ਹਨ, ਬੰਦਗੀ ਕਰਨੀ ਛੱਡ ਦਿੰਦੇ ਹਨ, ਮਰ ਜਾਓ, ਉਹ ਮਰੇ ਹੋਏ ਗਿਣੇ ਜਾਂਦੇ ਹਨ। ਸਤਿਗੁਰਾਂ ਦੇ ਘਰ ਅੰਦਰ ਜੋ ਜੀਵ ਸਿਮਰਨ ਨਹੀਂ ਕਰਦੇ, ਪਰਮੇਸ਼ਰ ਨੂੰ ਚੇਤਾ ਨਹੀਂ ਕਰਦੇ, ਉਹਨਾਂ ਨੂੰ ਮਰਿਆ ਹੋਇਆ ਕਿਹਾ ਗਿਆ ਹੈ ਗੁਰਬਾਣੀ ਅੰਦਰ। ਕਿਉਂਕਿ ਸਤਿਗੁਰੂ ਕਹਿੰਦੇ ਹਨ, ਇਹ ਜਿਹੜੀਆਂ ਜਿਉਂਦੀਆਂ ਲਾਸ਼ਾਂ ਤੁਰੀਆਂ ਫਿਰਦੀਆਂ ਹਨ, ਜਿਹੜੀਆਂ ਪਰਮੇਸ਼ਰ ਦਾ ਨਾਮ ਨਹੀਂ ਜਪਦੀਆਂ। ਇਸੇ ਹੀ ਪ੍ਰਕਾਰ ਆਖਾਂ ਜੀਵਾ, ਵਿਸਰੈ ਮਰ ਜਾਓ। ਜਿਸ ਵੇਲੇ ਜੀਵ ਮਰ ਜਾਂਦਾ ਹੈ, ਦਰਗਾਹ ਅੰਦਰ ਜਾਂਦਾ ਹੈ, ਤਾਂ ਉਸ ਸਮੇਂ ਜਿਨ੍ਹਾਂ ਨੇ ਇਸ ਸੰਸਾਰ ਵਿੱਚ ਰਹਿੰਦੇ ਹੋਏ ਆਖਾ, ਇਸ ਸੰਸਾਰ ਵਿੱਚ ਰਹਿੰਦੇ ਹੋਏ ਪਰਮੇਸ਼ਰ ਨੂੰ ਆਖਿਆ, ਉਹਦੀ ਸਿਫਤ ਸਲਾਹ ਕੀਤੀ, ਉਹਦਾ ਨਾਮ ਸਿਮਰਿਆ, ਜੀਵਾ, ਉਹ ਸਦਾ ਹੀ ਪਰਮੇਸ਼ਰ ਦੇ ਦਰ ਅੰਦਰ, ਉਹਦੇ ਸੱਚਖੰਡ ਅੰਦਰ ਸਦੀਵੀ ਜਿਉਂਦੇ ਰਹਿ ਜਾਂਦੇ ਹਨ। ਗੁਰਬਾਣੀ ਦਾ ਫਰਮਾਨ ਹੈ, ਬ੍ਰਹਮ ਗਿਆਨੀ ਸਾਧ ਜੀਵੈ ਨਹੀਂ ਮਰਦਾ। ਐਸੀ ਉੱਚ ਪਦਵੀ ਬ੍ਰਹਮ ਗਿਆਨ ਵਾਲੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ ਅਤੇ ਮੁੜ ਉਹ ਜੂਨਾਂ ਵਿੱਚ ਨਹੀਂ ਆਉਂਦੇ। ਅਤੇ ਵਿਸਰੈ, ਜਿਨ੍ਹਾਂ ਨੂੰ ਇਸ ਸੰਸਾਰ ਵਿੱਚ ਰਹਿੰਦੇ ਹੋਏ ਪਰਮੇਸ਼ਰ ਹੈ ਉਹ ਵਿਸਰਿਆ ਰਹਿੰਦਾ ਹੈ, ਉਹਨਾਂ ਨੇ ਪਰਮੇਸ਼ਰ ਨੂੰ ਯਾਦ ਨਹੀਂ ਕੀਤਾ ਹੁੰਦਾ, ਮਰ ਜਾਓ। ਉਹ ਫਿਰ ਬਾਰ-ਬਾਰ ਮਰ ਕੇ ਜਾਓ, ਜੂਨਾਂ ਵਿੱਚ ਜਾਂਦੇ ਆਉਂਦੇ ਰਹਿੰਦੇ ਹਨ, ਇਸੇ ਪ੍ਰਕਾਰ ਜੂਨੀਆਂ ਨੂੰ ਭੋਗਦੇ ਰਹਿੰਦੇ ਹਨ। ਆਖਣੇ ਔਖਾ ਸਾਚਾ ਨਾਉ, ਆਖਣ ਔਖਾ ਸਾਚਾ ਨਾਉ। ਤੇ ਮਾਤਾ ਜੀ ਨੇ ਇਸ ਵਡਿਆਈ ਨੂੰ, ਨਾਮ ਦੀ ਵਡਿਆਈ ਨੂੰ ਸਤਿਗੁਰਾਂ ਪਾਸੋਂ ਸਰਵਣ ਕਰਕੇ ਪ੍ਰਸ਼ਨ ਕੀਤਾ ਕਿ ਹੇ ਸੁਪੁੱਤਰ, ਜੇ ਪਰਮੇਸ਼ਰ ਦਾ ਨਾਮ ਇੰਨਾ ਹੀ ਵਧੀਆ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਹਿੰਦੇ ਹੋ ਕਿ ਇਹ ਜਪਣ ਦੇ ਨਾਲ ਜਿਹੜੇ ਜੀਵ ਹਨ ਜਿਉਂਦੇ ਹਨ, ਨਹੀਂ ਤਾਂ ਮਰ ਜਾਂਦੇ ਹਨ, ਤੇ ਹੇ ਸੁਪੁੱਤਰ, ਤੇ ਇਹ ਸਾਰੇ ਜੀਵ ਫਿਰ ਜਪਣ ਕਿਉਂ ਨਹੀਂ ਲੱਗ ਪੈਂਦੇ, ਸਾਰੇ ਜਪਦੇ ਕਿਉਂ ਨਹੀਂ ਹਨ ਪਰਮੇਸ਼ਰ ਦਾ ਨਾਮ? ਤਾਂ ਸਤਿਗੁਰ ਫਰਮਾਉਂਦੇ ਹਨ, ਆਖਣ ਔਖਾ ਸਾਚਾ ਨਾਉ। ਜੋ ਉਹ ਸੱਚੇ ਪਰਮੇਸ਼ਰ ਦਾ ਜੋ ਨਾਮ ਹੈ, ਉਹ ਆਖਣਾ ਬਹੁਤ ਹੀ ਕਠਿਨ ਹੈ, ਉਹ ਬਹੁਤ ਹੀ ਕਠਿਨ ਕਾਰਜ ਹੈ। ਇਸ ਪ੍ਰਕਾਰ ਸੰਸਾਰ ਦੇ ਅੰਦਰ ਜੀਵ ਕਠਿਨ ਤੋਂ ਕਠਿਨ ਕਾਰਜ ਬੜੀ ਆਸਾਨੀ ਦੇ ਨਾਲ ਜਾਂ ਮਨ ਨੂੰ ਮਾਰ ਕੇ ਸਿੱਖ ਲੈਂਦਾ ਹੈ, ਕਰ ਲੈਂਦਾ ਹੈ। ਪਰ ਹੇ ਮਾਤਾ ਜੀ, ਜੋ ਇਹ ਪਰਮੇਸ਼ਰ ਦਾ ਨਾਮ ਜਪਣਾ ਹੈ, ਇਹ ਸਾਰੇ ਹੀ ਕਾਰਜਾਂ ਨਾਲੋਂ ਬੜਾ ਹੀ ਕਠਿਨ ਕਾਰਜ ਹੈ। ਇਹ ਨਹੀਂ ਸਿਮਰਿਆ ਜਾਂਦਾ ਪਰਮੇਸ਼ਰ ਦੀ ਮਿਹਰ ਤੋਂ ਬਿਨਾਂ, ਨਿਗਾਹ ਤੋਂ ਬਿਨਾਂ। ਜਿਸ ਸਮੇਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਸਿੱਖਾਂ ਨੂੰ ਇਹ ਬਚਨ ਕੀਤਾ ਸੀ ਕਿ ਦਾਨ ਦਇਓ ਇਨਹੀ ਕੋ ਭਲੋ, ਔਰ ਆਨ ਕੋ ਦਾਨ ਨਾ ਲਾਗਨ ਨੀਕੋ। ਕਿ ਜਿਹੜਾ ਸਿੱਖ ਹੈ
ਉਸਨੇ ਜੋ ਦਾਨ ਕਰਨਾ ਹੈ, ਦਾਨ ਪੁੰਨ ਕਰਨਾ ਹੈ, ਉਹ ਕੇਵਲ ਖਾਲਸੇ ਨੂੰ ਹੀ ਕਰਨਾ ਹੈ। ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ। ਅਤੇ ਸੇਵਾ ਵੀ ਖਾਲਸੇ ਦੀ ਹੀ ਸਿੱਖ ਨੇ ਕਰਨੀ ਹੈ, ਅਤੇ ਜੋ ਦਾਨ ਕਰਨਾ ਹੈ ਉਹ ਵੀ ਖਾਲਸੇ ਨੂੰ ਹੀ ਕਰਨਾ ਹੈ। ਹੋਰ ਕਿਸੇ ਅਨਮਤ ਦੇ ਬੰਦੇ ਨੂੰ ਦਾਨ ਨਹੀਂ ਕਰਨਾ ਸਿੱਖ ਨੇ। ਤਾਂ ਇਸ ਬਚਨ ਤੋਂ ਉਪਰੰਤ ਜੋ ਕਾਸ਼ੀ ਦੇ ਪੰਡਿਤ ਸਨ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪਾਸ ਆ ਕਰਕੇ ਅਤੇ ਬੇਨਤੀਆਂ ਕਰਨ ਲੱਗੇ ਕਿ ਹੇ ਸਤਿਗੁਰੂ, ਜੋ ਤੁਸੀਂ ਇਸ ਸਿੱਖਾਂ ਨੂੰ ਹੁਕਮ ਕੀਤਾ ਹੈ ਕਿ ਜੋ ਖਾਲਸੇ ਤੋਂ ਬਿਨਾਂ ਕਿਸੇ ਨੂੰ ਦਾਨ ਨਹੀਂ ਕਰਨਾ, ਤਾਂ ਇਹਦੇ ਨਾਲ ਸਾਡੀ ਰੋਜੀ ਬੰਦ ਹੋ ਗਈ ਹੈ। ਅਸੀਂ ਕਿਸ ਪ੍ਰਕਾਰ ਆਪਣਾ ਗੁਜ਼ਾਰਾ ਕਰੀਏ, ਤੁਸੀਂ ਸਾਡੇ 'ਤੇ ਕਿਰਪਾ ਕਰੋ। ਤਾਂ ਉਸ ਸਮੇਂ ਸਤਿਗੁਰਾਂ ਨੇ ਬਚਨ ਕਹੇ ਕਿ ਆਓ ਭਾਈ, ਅਸੀਂ ਤੁਹਾਨੂੰ ਕਾਰਜ ਵਿੱਚ ਲਾਉਣੇ ਹਾਂ, ਅਸੀਂ ਤੁਹਾਨੂੰ ਰੋਜ਼ਗਾਰ ਦਿੰਦੇ ਹਾਂ। ਤਾਂ ਉਸ ਸਮੇਂ ਸਤਿਗੁਰਾਂ ਨੇ ਇਹ ਹੁਕਮ ਕੀਤਾ ਕਿ ਤੁਹਾਨੂੰ ਕੀਮਤੀ ਦੁਸ਼ਾਲੇ, ਕੀਮਤੀ ਵਸਤਰ, ਰਸਦਾਂ ਬਸਤਾਂ ਆਦਿਕ ਅਤੇ 5 ਮੋਹਰਾਂ ਤੁਹਾਨੂੰ ਦਿੱਤੀਆਂ ਜਾਣਗੀਆਂ। ਤੁਸੀਂ ਕੇਵਲ ਇੱਕ ਕੰਮ ਕਰਨਾ ਹੈ, 8 ਘੰਟੇ ਬੈਠ ਕੇ ਪਰਮੇਸ਼ਰ ਦਾ ਸਿਮਰਨ ਕਰਨਾ ਹੈ। ਇਹ ਸੁਣ ਕੇ ਜੋ ਕਾਸ਼ੀ ਤੋਂ ਆਏ ਪੰਡਿਤ ਸਨ, ਬਹੁਤ ਪ੍ਰਸੰਨ ਹੋਏ ਕਿ ਇਤਨੇ ਕੁ ਕਾਰਜ ਨਾਲ ਸਾਨੂੰ ਦਾਤਾਂ ਮਿਲ ਜਾਣਗੀਆਂ। ਤਾਂ ਇਹ ਜਿਸ ਸਮੇਂ ਸਿਮਰਨ ਕਰਨ ਬੈਠ ਗਏ, ਤਾਂ ਥੋੜ੍ਹੇ ਹੀ ਸਮੇਂ ਬਾਅਦ ਇਹ ਆਪਸ ਵਿੱਚ ਗੱਲਾਂ ਬਾਤਾਂ ਕਰਨ ਲੱਗ ਪਏ। ਤਾਂ ਉਸ ਸਮੇਂ ਸਤਿਗੁਰਾਂ ਦੇ ਹੁਕਮ ਦੇ ਨਾਲ ਇਹਨਾਂ ਨੂੰ ਵੱਖੋ ਵੱਖਰਾ ਕਰਕੇ ਬਿਠਾ ਦਿੱਤਾ ਗਿਆ। ਅਤੇ ਜਿਸ ਸਮੇਂ ਵੱਖਰੇ ਬੈਠੇ ਤਾਂ ਹੁਣ ਗੱਲਾਂ ਬਾਤਾਂ ਤਾਂ ਹੋ ਨਹੀਂ ਸੀ ਰਹੀਆਂ, ਤਾਂ ਨੀਂਦ ਦੇ ਨਾਲ ਉਂਘਣ ਲੱਗ ਪਏ ਅਤੇ ਨੀਂਦ ਦੇ ਹੁਲਾਰੇ ਆਉਣ ਲੱਗ ਪਏ ਇਹਨਾਂ ਨੂੰ। ਤਾਂ ਉਸ ਸਮੇਂ ਭਾਈ ਆਲਮ ਸਿੰਘ ਜੀਆਂ ਨੇ ਸਤਿਗੁਰਾਂ ਦੇ ਹੁਕਮ ਦੇ ਨਾਲ ਇਹਨਾਂ 'ਤੇ ਹੋਰ ਪਹਿਰਾ ਕਰੜਾ ਕਰ ਦਿੱਤਾ ਅਤੇ ਇਹਨਾਂ ਨੂੰ ਸੌਣ ਵੀ ਨਾ ਦਿੱਤਾ। ਬਾਰ-ਬਾਰ ਇਹਨਾਂ ਨੂੰ ਹਿਲਾ ਕਰਕੇ ਜਗਾਉਂਦੇ ਰਹੇ ਭਾਈ ਆਲਮ ਸਿੰਘ। ਤਾਂ ਉਸ ਸਮੇਂ ਇਹ ਬਹੁਤ ਤੰਗ ਹੋਏ ਜੋ ਕਾਸ਼ੀ ਤੋਂ ਆਏ ਸਨ ਪੰਡਿਤ। ਇਹਨਾਂ ਨੇ ਜੋ ਸਮਾਂ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਕੱਟਿਆ। ਕਦੀ ਗੋਡੇ ਨੂੰ ਉਤਾਂਹ ਕਰਕੇ ਬੈਠਣ ਤਾਂ ਕਦੀ ਕਿਸੇ ਪਾਸੇ ਨੂੰ ਪਾਸੇ ਮਾਰਨ। ਇਸ ਤਰੀਕੇ ਨਾਲ ਇਹਨਾਂ ਨੇ ਸਮਾਂ ਪੂਰਾ ਕੀਤਾ। ਅਤੇ ਜਿਸ ਸਮੇਂ 8 ਘੰਟੇ ਪੂਰੇ ਹੋ ਗਏ ਸਿਮਰਨ ਕਰਦਿਆਂ, ਉਸਲ ਵੱਟੇ ਲੈਂਦਿਆਂ, ਤਾਂ ਉਸ ਸਮੇਂ ਸਤਿਗੁਰੂ ਗਰੀਬ ਨਿਵਾਜ ਕਲਗੀਧਰ ਪਰਮੇਸ਼ਰ ਸਤਿਗੁਰੂ ਆਏ ਅਤੇ ਉਹਨਾਂ ਨੇ ਖੁਸ਼ ਹੋ ਕੇ ਇਹਨਾਂ ਪੰਡਤਾਂ ਨੂੰ ਕੀਮਤੀ ਦੁਸ਼ਾਲੇ, ਵਸਤਰ ਅਤੇ ਰਸਦਾਂ ਬਸਤਾਂ ਇਹਨਾਂ ਨੂੰ ਬਖਸ਼ਿਸ਼ ਕੀਤੀਆਂ ਅਤੇ 5 ਮੋਹਰਾਂ ਦੇ ਦਿੱਤੀਆਂ। ਸਤਿਗੁਰਾਂ ਨੇ ਪ੍ਰਸੰਨ ਹੋ ਕਰਕੇ ਕਿਹਾ ਕਿ ਭਾਈ ਦੇਖੋ ਕਿਤਨਾ ਸੁਖਾਲਾ ਕਾਰਜ ਹੈ, ਹੁਣ ਤੁਸੀਂ ਇੱਦਾਂ ਕਰੋ, ਇਸੇ ਹੀ ਪ੍ਰਕਾਰ ਰੋਜ਼ਾਨਾ ਆਣ ਕਰਕੇ ਤੁਸੀਂ 8 ਘੰਟੇ ਸਿਮਰਨ ਕਰਿਆ ਕਰਿਓ ਅਤੇ ਅਸੀਂ ਤੁਹਾਨੂੰ ਇਹ ਰੋਜ਼ਗਾਰ ਭਾਵ ਇਹ ਜੋ ਦਾਤਾਂ ਹਨ ਤੁਹਾਨੂੰ ਰੋਜ਼ਾਨਾ ਦੇ ਦਿਆ ਕਰਾਂਗੇ। ਤਾਂ ਉਸ ਸਮੇਂ ਉਹ ਜੋ ਪੰਡਿਤ ਸਨ ਉਹ ਕਹਿਣ ਲੱਗੇ, ਦੋਏ ਕਰ ਜੋੜ ਸਤਿਗੁਰਾਂ ਅੱਗੇ ਬੇਨਤੀ ਕਰਨ ਲੱਗੇ ਕਿ ਸਤਿਗੁਰੂ, ਤੁਸੀਂ ਤਾਂ ਇਹ ਕਹਿ ਦਿੱਤਾ ਹੈ ਕਿ ਸੌਖਾ ਕੰਮ ਹੈ, ਪਰ ਸਾਡੇ ਤੋਂ ਇਹ ਕੰਮ ਨਹੀਂ ਹੁੰਦਾ, ਬੜਾ ਔਖਾ ਕੰਮ ਹੈ। ਅਸੀਂ ਹੋਰ ਕਿਤੇ ਪਾਸਿਓਂ ਭਿੱਖਿਆ ਮੰਗ ਕੇ ਖਾ ਲਵਾਂਗੇ, ਆਪਣਾ ਗੁਜ਼ਾਰਾ ਕਰ ਲਵਾਂਗੇ, ਪਰ ਸਾਡੇ ਤੋਂ ਇਹ ਕਾਰਜ ਨਾਮ ਜਪਣ ਵਾਲਾ ਨਹੀਂ ਹੁੰਦਾ। ਹੇ ਮਾਤਾ ਜੀ, ਅਜਿਹਾ ਜੋ ਪਰਮੇਸ਼ਰ ਦਾ ਨਾਮ ਜਪਣਾ ਹੈ ਬਹੁਤ ਹੀ ਕਠਿਨ ਹੈ। ਇਸ ਪਰਮੇਸ਼ਰ ਦੀ ਜੋ ਬਖਸ਼ਿਸ਼ ਤੋਂ ਬਿਨਾਂ ਇਹ ਨਹੀਂ ਜਪਿਆ ਜਾਂਦਾ। ਇਸੇ ਹੀ ਪ੍ਰਕਾਰ ਆਖਣ ਔਖਾ ਸਾਚਾ ਨਾਉ। ਜੋ ਇਸ ਪੰਕਤੀ ਦੇ ਅਨਵੈ ਅਰਥ ਕਰਨੇ ਹਨ, ਉਹ ਜੋ ਦਮਦਮੀ ਟਕਸਾਲ ਦੇ ਅੰਦਰ ਅਤੇ ਜੋ ਸੰਪਰਦਾਈ ਮਹਾਂਪੁਰਖ ਹਨ, ਉਹ ਇਸ ਪ੍ਰਕਾਰ ਗੁਰਬਾਣੀ ਦੇ ਅਨਵੈ ਕਰਕੇ ਅਰਥ ਕਰਿਆ ਕਰਦੇ ਸਨ। ਅਨਵੈ ਅਰਥ ਤੋਂ ਭਾਵ ਕਿ ਜੋ ਗੁਰਬਾਣੀ ਦਾ ਪਹਿਲਾ ਅੱਖਰ ਹੈ ਉਸ ਦੇ ਨਾਲ ਜੋ ਉਸ ਪੰਕਤੀ ਦਾ ਅਖੀਰਲੇ ਅੱਖਰ ਨੂੰ ਅੱਗੇ ਜਾਂ ਪਿੱਛੇ ਜੋੜ ਕਰਕੇ ਅਤੇ ਅਨਵੈ ਕਰਕੇ ਗੁਰਬਾਣੀ ਦੇ ਅਰਥ ਕੀਤੇ ਜਾਂਦੇ ਸਨ। ਸੋ ਇਸੇ ਹੀ ਪ੍ਰਕਾਰ ਆਖਣ ਸਾਚਾ ਔਖਾ ਨਾਉ। ਜਿਹੜੇ ਪਰਮੇਸ਼ਰ ਦਾ ਨਾਮ ਪਰਮੇਸ਼ਰ, ਸੱਚੇ ਪਰਮੇਸ਼ਰ ਦਾ ਆਖਣ ਸਾਚਾ, ਸੱਚੇ ਪਰਮੇਸ਼ਰ ਨੂੰ ਆਖਦੇ ਹਨ, ਉਸ ਦਾ ਸਿਮਰਨ ਕਰਦੇ ਹਨ, ਔਖਾ ਨਾਉ। ਅਤੇ ਉਹ ਫਿਰ ਇਸ ਸੰਸਾਰ ਦੇ ਅੰਦਰ ਔਖੇ ਨਹੀਂ ਹੁੰਦੇ। ਉਹਨਾਂ ਨੂੰ ਕੋਈ ਕਠਿਨਾਈ ਇਸ ਸੰਸਾਰ ਦੇ ਅੰਦਰ ਵੀ ਨਹੀਂ ਆਉਂਦੀ ਅਤੇ ਦਰਗਾਹ ਦੇ ਅੰਦਰ, ਪਰਲੇ ਲੋਕ ਦੇ ਅੰਦਰ ਵੀ ਕੋਈ ਉਹਨਾਂ ਨੂੰ ਕਠਿਨਾਈ ਕਿਸੇ ਪ੍ਰਕਾਰ ਦੀ ਵੀ ਨਹੀਂ ਆਉਂਦੀ। ਸਾਚੇ ਨਾਮ ਕੀ ਲਾਗੈ ਭੂਖ।
ਸਾਚੇ ਨਾਮ ਕੀ ਲਾਗੈ ਭੂਖ। ਤੇ ਇਸ ਵਡਿਆਈ ਨੂੰ, ਨਾਮ ਦੀ ਵਡਿਆਈ ਨੂੰ ਮਾਤਾ ਜੀਆਂ ਨੇ ਸੁਣ ਕੇ ਅੱਗੇ ਪ੍ਰਸ਼ਨ ਕੀਤਾ ਕਿ ਸਤਿਗੁਰੂ ਕਿਰਪਾ ਕਰੋ, ਇਸ ਨਾਮ ਸਿਮਰਨ ਦੀ ਵਡਿਆਈ ਨੂੰ ਵਰਣਨ ਕਰੋ ਕਿ ਇਹ ਪਰਮੇਸ਼ਰ ਕਿਹੋ ਜਿਹਾ ਹੈ, ਇਸ ਪਰਮੇਸ਼ਰ ਦਾ ਨਾਮ ਕਿੰਨਾ ਕੁ ਚੰਗਾ ਹੈ ਜਪਣਾ। ਸਾਚੇ ਨਾਮ ਕੀ ਲਾਗੈ ਭੂਖ। ਹੇ ਮਾਤਾ ਜੀ, ਜੋ ਇਹ ਸੱਚੇ ਨਾਮ ਦਾ ਜਪਣਾ ਹੈ, ਇਹ ਸੱਚੇ ਨਾਮ ਦੀ ਜੋ ਭੁੱਖ ਲੱਗਣੀ ਹੈ। ਉਤ ਭੁਖੈ ਖਾਏ ਚਲੀਏ ਹੈ ਦੁਖ। ਉਤ ਭੁਖੈ ਖਾਏ ਚੱਲੀਏ ਹੈ ਦੁਖ। ਜਿਹੜੀ ਇਹ ਪਰਮੇਸ਼ਰ ਦੀ ਭੁੱਖ ਲੱਗ ਜਾਂਦੀ ਹੈ ਜਿਸ ਜੀਵ ਨੂੰ, ਉਸ ਦੇ ਸਾਰੇ ਜਿਹੜੇ ਦੁੱਖ ਹਨ ਉਹ ਖਾਧੇ ਜਾਂਦੇ ਹਨ, ਭਾਵ ਖਤਮ ਹੋ ਜਾਂਦੇ ਹਨ। ਜਿਸ ਪ੍ਰਕਾਰ ਸਰਬ ਰੋਗ ਕਾ ਔਖਦ ਨਾਮ, ਸਾਰੇ ਹੀ ਰੋਗਾਂ ਦਾ ਜੋ ਪਰਮੇਸ਼ਰ ਦਾ ਨਾਮ ਉਹ ਦਵਾਈ ਹੈ। ਇਸ ਦੇ ਜਪਨ ਨਾਲ ਜੋ ਸਾਰੇ ਦੁੱਖ ਖਾਧੇ ਜਾਂਦੇ ਹਨ। ਇਸੇ ਹੀ ਪ੍ਰਕਾਰ ਆਪਾਂ ਪਿਛਲੇ ਦੀਵਾਨਾਂ ਵਿੱਚ ਜੋ ਸ਼ਬਦ ਸਰਵਣ ਕੀਤਾ ਸੀ, ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਜੋ ਇਸ ਸੰਸਾਰ ਦੇ ਅੰਦਰ ਆਪਾਂ ਜੇਕਰ ਕਿਸੇ ਵਿਅਕਤੀ ਨੂੰ ਭੁੱਖ ਨਾ ਲੱਗੇ ਤਾਂ ਆਪਾਂ ਉਸ ਨੂੰ ਕਹਿੰਦੇ ਹਾਂ ਵੀ ਇਹ ਬਿਮਾਰ ਹੈ, ਇਸ ਕਰਕੇ ਇਹਨੂੰ ਭੁੱਖ ਨਹੀਂ ਲੱਗ ਰਹੀ। ਤਾਂ ਇਸੇ ਹੀ ਪ੍ਰਕਾਰ ਜੋ ਆਪਣਾ ਮਨ ਹੈ, ਜੇਕਰ ਇਸ ਨੂੰ ਪਰਮੇਸ਼ਰ ਦੇ ਨਾਮ ਦੀ ਭੁੱਖ ਨਹੀਂ ਨਾ ਲੱਗਦੀ ਤਾਂ ਉਹ ਬਿਮਾਰ ਗਿਣਿਆ ਜਾਂਦਾ ਹੈ। ਉਹ ਜਿਹੜਾ ਮਨ ਹੈ ਉਹ ਬਿਮਾਰ ਹੋ ਜਾਂਦਾ ਹੈ। ਤੇ ਇਸ ਪ੍ਰਕਾਰ ਸਤਿਗੁਰੂ ਫਰਮਾਉਂਦੇ ਹਨ ਕਿ ਇਹ ਨਾ ਜੋ ਮਨ ਬਿਮਾਰ ਹੋ ਗਿਆ ਹੈ, ਇਹ ਤੰਦਰੁਸਤ ਕਿਸ ਪ੍ਰਕਾਰ ਹੋਵੇ ਅਤੇ ਬਿਮਾਰ ਹੋਇਆ ਕਿਉਂ ਹੈ। ਸਤਿਗੁਰੂ ਕਹਿੰਦੇ ਹਨ, ਜਾ ਸੁਖ ਤਾਮ ਨਾ ਹੋਈ। ਜਿੰਨਾ ਚਿਰ ਇਹ ਵਿਸ਼ੇ ਵਿਕਾਰਾਂ ਦੇ ਸੁੱਖ ਭੋਗਣ ਦੇ ਅੰਦਰ ਲੱਗਾ ਹੋਇਆ ਹੈ, ਉਤਨਾ ਚਿਰ ਤਾਮ ਨਾ ਹੋਈ। ਪਰਮੇਸ਼ਰ ਦੇ ਨਾਮ ਦੀ, ਪਰਮੇਸ਼ਰ ਦੀ ਪ੍ਰਾਪਤੀ ਦੀ ਜਿਹੜੀ ਭੁੱਖ ਲੱਗਣੀ ਹੈ, ਉਹਨਾਂ ਚਿਰ ਇਸ ਨੂੰ ਇਹ ਭੁੱਖ ਨਹੀਂ ਲੱਗਦੀ। ਕਿਉਂਕਿ ਬਿਮਾਰ ਜੋ ਹੈ, ਇਸ ਨੂੰ ਇਸ ਕਰਕੇ ਭੁੱਖ ਨਹੀਂ ਲੱਗਦੀ। ਤੇ ਜਿਹੜੀ ਭੁੱਖ ਲੱਗਣੀ ਹੈ, ਉਹ ਜੇਕਰ ਪਰਮੇਸ਼ਰ ਦਾ ਨਾਮ ਜਪ ਕੇ ਤੇ ਜੇ ਉਹ ਭੁੱਖ ਲੱਗ ਆਵੇ ਨਾ, ਉਸ ਸੱਚੇ ਨਾਮ ਦੀ, ਉਸ ਪਰਮੇਸ਼ਰ ਦੇ ਪ੍ਰਾਪਤੀ ਦੀ ਜੋ ਭੁੱਖ ਲੱਗ ਆਵੇ ਨਾ, ਤਾਂ ਉਸ ਸਮੇਂ ਕੀ ਹੁੰਦਾ ਹੈ, ਉਤ ਭੁਖੈ ਖਾਏ ਚੱਲੀਐ ਦੁਖ। ਤੇ ਉਹ ਜਦੋਂ ਭੁੱਖ ਲੱਗਦੀ ਆ, ਜੀਵ ਸਿਮਰਨ ਕਰਦਾ ਵਾ, ਤਾਂ ਉਸ ਦਾ ਹੋਰ ਜੀਵ ਕਰਦਾ ਸਿਮਰਨ ਕਰਨ ਨੂੰ, ਉਸ ਨੂੰ ਹੋਰ ਵਧੇਰੇ ਭੁੱਖ ਲੱਗਦੀ ਕਿ ਮੈਂ ਵਧੇਰੇ ਪਰਮੇਸ਼ਰ ਦਾ ਨਾਮ ਜਪ ਲਵਾਂ। ਇਸ ਪ੍ਰਕਾਰ ਉਸ ਦੇ ਜੋ ਦੁੱਖ ਹਨ ਉਹ ਸਾਰੇ ਖਤਮ ਹੋ ਜਾਂਦੇ ਹਨ। ਉਸ ਨੂੰ ਸੰਸਾਰ ਦੇ ਅੰਦਰ ਵੀ ਕੋਈ ਦੁੱਖ ਨਹੀਂ ਦੇਖਣਾ ਪੈਂਦਾ। ਕਹਿਣ ਤੋਂ ਭਾਵ ਕਿ ਦੁੱਖ ਤਾਂ ਜੋ ਸ਼ਹੀਦ ਵੀ ਹੋਏ ਹਨ ਆਪਣੀ ਕੌਮ ਦੇ ਅੰਦਰ, ਦੁੱਖ ਤਾਂ ਉਹਨਾਂ ਨੂੰ ਵੀ ਦਿੱਤੇ ਗਏ ਹਨ, ਪਰ ਸਾਧ ਸੰਗਤ ਉਹ ਜੋ ਦੁੱਖ ਹਨ ਉਹ ਸਰੀਰਕ ਦੁੱਖ ਹਨ। ਜੋ ਸਤਿਗੁਰਾਂ ਨੇ ਫਰਮਾਇਆ ਹੈ ਨਾ, ਦੁੱਖ ਸੁੱਖ ਦੋਨੋਂ ਸਮ ਕਰ ਜਾਣਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾ ਕੈ ਕੰਚਨ ਮਾਟੀ ਮੰਨੈ। ਜੋ ਦੁੱਖਾਂ ਦੇ ਅੰਦਰ ਵੀ ਜੋ ਸਰੀਰ ਨੂੰ ਕਸ਼ਟ ਆਉਂਦਾ ਹੈ, ਪਰ ਉਹਨਾਂ ਦੇ ਮਨ ਨੂੰ ਜੋ ਕਸ਼ਟ ਨਹੀਂ ਆਉਂਦਾ, ਉਹ ਸਦਾ ਹੀ ਆਨੰਦ ਦੇ ਵਿੱਚ, ਸਦਾ ਹੀ ਵਿਕਾਸ ਦੇ ਵਿੱਚ ਉਹ ਰਹਿੰਦੇ ਹਨ। ਇਸ ਪ੍ਰਕਾਰ ਸਰਬ ਰੋਗ ਕਾ ਔਖਦ ਨਾਮ, ਜਿਹੜਾ ਪਰਮੇਸ਼ਰ ਦਾ ਨਾਮ ਜਪਣਾ ਹੈ, ਪਰਮੇਸ਼ਰ ਦੇ ਸਾਚੇ ਨਾਮ ਕੀ ਲਾਗੈ ਭੂਖ। ਉਹਦੇ ਨਾਮ ਦੀ ਜੋ ਭੁੱਖ ਲੱਗਣੀ ਹੈ, ਉਹਦੇ ਨਾਲ ਜਿਹੜੇ ਜੀਵ ਦੇ ਦੁੱਖ ਹਨ, ਸਰੀਰਕ ਦੁੱਖ ਅਤੇ ਮਾਨਸਿਕ ਦੁੱਖ ਦੋਨੋਂ ਹੀ ਖਤਮ ਹੋ ਜਾਂਦੇ ਹਨ, ਖਾਧੇ ਜਾਂਦੇ ਹਨ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ ਰਹਾਉ। ਸੋ ਕਿਉਂ ਵਿਸਰੈ ਮੇਰੀ ਮਾਏ। ਹੇ ਮਾਤਾ ਜੀ, ਅਜਿਹੇ ਗੁਣਾਂ ਵਾਲਾ ਪਰਮੇਸ਼ਰ, ਅਜਿਹਾ ਪਰਮੇਸ਼ਰ, ਬੇਅੰਤ ਪਰਮੇਸ਼ਰ ਕਿਉਂ ਵਿਸਰ ਜਾਵੇ। ਭਾਵ ਮਨ ਦੇ ਵਿੱਚੋਂ ਨਹੀਂ ਵਿਸਰਨਾ ਚਾਹੀਦਾ, ਜਿਸ ਦਾ ਅਜਿਹਾ ਸੱਚਾ ਨਾਮ ਹੈ। ਜੋ ਸਾਚਾ ਸਾਹਿਬ, ਜੋ ਪਰਮੇਸ਼ਰ ਆਪ ਸੱਚਾ ਹੈ, ਸਾਰਿਆਂ ਦਾ ਮਾਲਕ ਹੈ, ਜਿਹੜਾ ਕਦੀ ਮਰਨ ਵਾਲਾ ਨਹੀਂ, ਜਿਹੜਾ ਕਦੀ ਖਤਮ ਨਹੀਂ ਹੁੰਦਾ, ਸੱਚਾ ਅਤੇ ਸਾਚਾ ਨਹੀਂ। ਉਸ ਦਾ ਜੋ ਨਾਮ ਹੈ ਉਹ ਵੀ ਸੱਚਾ ਹੈ, ਉਹ ਵੀ ਕਦੀ ਖਤਮ ਹੋਣ ਵਾਲਾ ਨਹੀਂ। ਇਸ ਪ੍ਰਕਾਰ ਹੀ ਮਾਤਾ ਜੀ, ਐਸੇ ਗੁਣਾਂ ਵਾਲੇ ਪਰਮੇਸ਼ਰ ਨੂੰ ਸੋ ਕਿਉਂ ਵਿਸਰੈ, ਅਸੀਂ ਕਿਉਂ ਵਿਸਾਰੀਏ। ਭਾਵ ਜੀਵ ਨੂੰ ਨਹੀਂ ਵਿਸਾਰਨਾ ਚਾਹੀਦਾ, ਇਹ ਸਤਿਗੁਰੂ ਫਰਮਾਉਂਦੇ ਹਨ। ਇਸੇ ਹੀ ਪ੍ਰਕਾਰ ਫਿਰ ਪੜ੍ਹ ਦਿਓ, ਸੋ ਕਿਉਂ ਵਿਸਰੈ ਸੋ ਮੇਰੀ ਕਿਉਂ ਮਾਏ। ਵਿਸਰੈ।
ਕਿ ਗੁਰਸਿੱਖਾਂ ਨੇ ਸਤਿਗੁਰਾਂ ਪਾਸ ਪ੍ਰਸ਼ਨ ਕੀਤਾ ਕਿ ਸਤਿਗੁਰੂ, ਜੀਵਾਂ ਨੂੰ ਪਰਮੇਸ਼ਰ ਕਿਉਂ ਵਿਸਰ ਜਾਂਦਾ ਹੈ? ਸੋ ਕਿਉਂ ਵਿਸਰੈ? ਉਹ ਪਰਮੇਸ਼ਰ ਜਿਹੜਾ ਹੈ ਜੀਆਂ ਨੂੰ ਕਿਉਂ ਭੁੱਲਿਆ ਹੋਇਆ ਹੈ? ਜੀਵ ਉਸ ਨੂੰ ਚੇਤੇ ਕਿਉਂ ਨਹੀਂ ਕਰਦੇ? ਸਤਿਗੁਰੂ ਉੱਤਰ ਦਿੰਦੇ ਹਨ, ਮੇਰੀ ਮਾਏ। ਇਹ ਜੋ ਮਾਇਆ ਹੈ ਨਾ ਪਰਮੇਸ਼ਰ ਨੇ ਪੈਦਾ ਕੀਤੀ, ਇਹ ਜੀਵ ਨੇ ਆਪਣੀ ਕਰਕੇ ਮੰਨ ਲਈ ਹੈ, ਮੇਰੀ ਮਾਏ, ਕਿ ਇਹ ਮਾਇਆ ਜੋ ਮੇਰੀ ਹੈ। ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਹਨ ਆਨੰਦ ਸਾਹਿਬ ਬਾਣੀ ਦੇ ਅੰਦਰ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਮਾਇਆ ਦੇ ਪ੍ਰਭਾਵ ਦੇ ਕਾਰਨ ਹੀ ਜੋ ਜੀਵ ਨੇ ਮਾਇਆ ਮੰਨ ਲਈ ਹੈ ਕਿ ਇਹ ਮਾਇਆ ਮੇਰੀ ਹੈ, ਮੈਂ ਮਾਇਆ ਨੂੰ ਇਕੱਠੀ ਕਰ ਲਵਾਂ, ਇਹ ਮਾਇਆ ਤੋਂ ਸੁੱਖ ਚਾਹੁੰਦਾ ਹੈ ਜੀਵ। ਪਰ ਸਤਿਗੁਰੂ ਕਹਿੰਦੇ ਹਨ, ਮੇਰੀ ਮਾਏ। ਇਹ ਮਾਇਆ ਦੇ ਕਾਰਨ ਜੋ ਪਰਮੇਸ਼ਰ ਹੈ ਉਹ ਭੁੱਲਿਆ ਹੋਇਆ ਹੈ ਇਸ ਜੀਵ ਪਾਸੋਂ, ਸਾਚਾ ਸਾਹਿਬ। ਤੇ ਫਿਰ ਗੁਰਸਿੱਖ ਕਹਿਣ ਲੱਗੇ ਕਿ ਉਹ ਸਾਚੇ ਸਾਹਿਬ ਦੀ ਫਿਰ ਪ੍ਰਾਪਤੀ ਕਿਵੇਂ ਹੋਵੇ? ਮਾਇਆ ਦਾ ਜਿਹੜਾ ਪ੍ਰਭਾਵ ਹੈ ਇਹ ਖਤਮ ਕਿਵੇਂ ਹੋਵੇ? ਸਾਚਾ ਸਾਹਿਬ। ਸਤਿਗੁਰਾਂ ਨੇ ਉੱਤਰ ਦਿੱਤਾ, ਸਾਚਾ ਨਾਏ, ਕਿ ਉਸ ਸੱਚੇ ਨਾਮ ਦਾ ਸਿਮਰਨ ਕਰਨ ਦੇ ਨਾਲ, ਉਸ ਨਾਮ ਨੂੰ ਜਪ ਜਪ ਕੇ ਬੰਦਗੀ ਕਰਨ ਦੇ ਨਾਲ ਇਹ ਜੋ ਮਾਇਆ ਦਾ ਪ੍ਰਭਾਵ ਜੋ ਹੈ ਇਹ ਦੂਰ ਹੋ ਜਾਵੇਗਾ ਜੀਵ ਦਾ, ਤੇ ਉਹ ਸਾਚਾ ਸਾਹਿਬ ਜਿਹੜਾ ਸਭਨਾ ਦਾ ਮਾਲਕ ਸੱਚਾ ਹੈ, ਉਸ ਦੀ ਪ੍ਰਾਪਤੀ ਇਸ ਜੀਵ ਨੂੰ ਹੋ ਜਾਵੇਗੀ। ਰਹਾਉ ਦੇ ਕੇ, ਵਿਸ਼ਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਹਨ, ਸਾਚੇ ਨਾਮ ਕੀ ਤਿਲ ਵਡਿਆਈ। ਜੋ ਮਾਤਾ ਤ੍ਰਿਪਤਾ ਜੀ ਇਹ ਬਚਨ ਸੁਣ ਰਹੇ ਸਨ ਤਾਂ ਉਸ ਸਮੇਂ ਮਾਤਾ ਜੀ ਨੇ ਫਿਰ ਪ੍ਰਸ਼ਨ ਕੀਤਾ ਕਿ ਸਪੁੱਤਰ ਜੀ, ਨਾਮ ਦੀ ਜੋ ਆਪ ਜੀ ਨੇ ਵਡਿਆਈ ਦੱਸਿਆ ਹੈ, ਕਿਰਪਾ ਕਰਕੇ ਹੋਰ ਵਡਿਆਈ ਦੱਸਣੀ ਕਰੋ ਕਿ ਨਾਮ ਕਿੰਨਾ ਕੁ ਕੀਮਤੀ ਹੈ। ਤਾਂ ਉਸ ਸਮੇਂ ਸਤਿਗੁਰਾਂ ਨੇ ਫਰਮਾਇਆ, ਸਾਚੇ ਨਾਮ ਕੀ ਤਿਲ ਵਡਿਆਈ। ਅੱਗੇ ਵੀ ਪੜ੍ਹ ਦਿਓ, ਆਖ ਥਕੇ ਕੀਮਤ ਨਹੀਂ ਪਾਈ। ਕੀਮਤ ਨਹੀਂ ਪਾਈ। ਜਿਹੜੇ ਸੱਚੇ ਨਾਮ ਦੀ ਤਿਲ ਮਾਤਰ ਵੀ ਵਡਿਆਈ ਹੈ, ਉਹ ਤਿਲ ਮਾਤਰ ਵੀ ਜੋ ਸੱਚੇ ਨਾਮ ਦੀ ਵਡਿਆਈ ਹੈ ਨਾ, ਉਹ ਕਿਸੇ ਨੇ ਕੀਮਤ ਨਹੀਂ ਪਾਈ। ਉਹ ਕਿਸੇ ਨੇ ਇਹ ਨਹੀਂ ਦੱਸਿਆ, ਕੋਈ ਦੱਸ ਹੀ ਨਹੀਂ ਸਕਿਆ ਕਿ ਇਹ ਨਾਮ ਜੋ ਹੈ ਕਿਤਨਾ ਕੀਮਤੀ ਹੈ। ਹੇ ਮਾਤਾ ਜੀ, ਆਖ ਥੱਕੇ, ਜੋ ਸਾਰੇ ਆਖ ਕੇ ਕਹਿ ਕੇ ਥੱਕ ਚੁੱਕੇ ਹਨ, ਪਰ ਉਹਨਾਂ ਤੋਂ ਵੀ ਪਰਮੇਸ਼ਰ ਦੀ ਕੀਮਤ ਨਹੀਂ ਪਾਈ ਗਈ। ਇਸੇ ਹੀ ਪ੍ਰਕਾਰ ਜੋ ਪਿਛਲੇ ਦੀਵਾਨਾਂ 'ਚ ਆਪਾਂ ਸਰਵਣ ਕੀਤਾ ਸੀ, ਪਿਛਲੇ ਸ਼ਬਦ ਦੇ ਅੰਦਰ, ਕਿ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਸਾਰੇ ਹੀ ਜੋ ਸੁਰਤੀਆਂ ਲਗਾ ਕੇ ਘਾਲ ਕਮਾਈ ਕਰਕੇ ਜੋ ਸੁਰਤੀਆਂ ਵਾਲੇ ਜੀਵ ਪਰਮੇਸ਼ਰ ਦਾ ਪਾਰਲਾ ਪਾਸਾ ਪਾਉਣਾ ਚਾਹੁੰਦੇ ਸਨ, ਉਹਨਾਂ ਨੇ ਯਤਨ ਕੀਤਾ, ਸਭ ਕੀਮਤ ਮਿਲ ਕੀਮਤ ਪਾਈ। ਸਾਰੇ ਕੀਮਤ ਪਾਉਣ ਵਾਲਿਆਂ ਨੇ ਜੋ ਸਤਿਗੁਰਾਂ ਦੀ ਪਰਮੇਸ਼ਰ ਦੀ ਕੀਮਤ ਪਾਉਣਾ ਚਾਹੁੰਦੇ ਸਨ, ਉਹਨਾਂ ਨੇ ਵੀ ਯਤਨ ਕੀਤਾ। ਗਿਆਨੀ ਜਿਹੜੇ ਗਿਆਨ ਕਥਨ ਕਰਨ ਵਾਲੇ, ਉਹਨਾਂ ਨੇ ਵੀ ਯਤਨ ਕੀਤਾ। ਜੋ ਧਿਆਨ ਸਾਧਨਾ ਕਰਨ ਵਾਲੇ, ਧਿਆਨ ਲਗਾਉਣ ਵਾਲੇ, ਉਹਨਾਂ ਨੇ ਵੀ ਯਤਨ ਕੀਤਾ। ਦੇਵਤਿਆਂ ਨੇ, ਦੈਂਤਾਂ ਨੇ ਵੀ ਯਤਨ ਕੀਤਾ। ਪਰ ਹੇ ਪਰਮੇਸ਼ਰ, ਤੁਹਾਡੀ ਜਿਹੜੀ ਕੀਮਤ ਹੈ, ਤੁਹਾਡੇ ਨਾਮ ਦੀ ਵਡਿਆਈ ਹੈ, ਉਹ ਕਿਸੇ ਪਾਸੋਂ ਵੀ ਕਹੀ ਨਹੀਂ ਗਈ। ਇਹ ਸਾਰੇ ਹੀ ਆਖ ਥੱਕੇ, ਸਾਰੇ ਹੀ ਕਹਿ ਕੇ ਥੱਕ ਗਏ ਹਨ, ਕੀਮਤ ਨਹੀਂ ਪਾਈ। ਇਹਨਾਂ ਪਾਸੋਂ ਵੀ ਹੈ ਪਰਮੇਸ਼ਰ, ਤੁਹਾਡੇ ਨਾਮ ਦੀ ਤਿਲ ਮਾਤਰ ਵੀ ਵਡਿਆਈ ਕਥਨ ਨਹੀਂ ਕਰ ਹੋਈ। ਇਸੇ ਹੀ ਪ੍ਰਕਾਰ ਫਿਰ ਪੜ੍ਹ ਦਿਓ, ਆਖ ਸਾਚੇ ਨਾਮ ਕੀ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜਿਨ੍ਹਾਂ ਬ੍ਰਹਮ ਬੇਤਿਆਂ ਮਹਾਂਪੁਰਖਾਂ ਨੇ ਸਾਚੇ ਨਾਮ ਦੀ ਵਡਿਆਈ ਕੀਤੀ, ਅਤੇ ਜਿਨ੍ਹਾਂ ਨੇ ਤਿਲ ਮਾਤਰ ਵੀ ਉਸ ਪਰਮੇਸ਼ਰ ਨੂੰ ਸਿਮਰਿਆ, ਪਰਮੇਸ਼ਰ ਨੂੰ ਯਾਦ ਕੀਤਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਫਰਮਾਉਂਦੇ ਹਨ, ਏਕ ਚਿੱਤ ਜਿਹ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜਿਨ੍ਹਾਂ ਨੇ ਇੱਕ ਚਿੱਤ ਹੋ ਕੇ ਪਰਮੇਸ਼ਰ ਦੇ ਨਾਲ ਇੱਕ ਛਿਣ ਮਾਤਰ ਹੀ ਸਤਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ, ਉਹ ਕਾਲ ਫਾਸ ਕੇ ਬੀਚ ਨਾ ਆਇਓ। ਉਹ ਜਮਾਂ ਦੀ ਫਾਹੀ ਦੇ ਵਿੱਚ ਅਤੇ ਜਨਮਾਂ ਮਰਨਾਂ ਦੇ ਅੰਦਰ ਉਹ ਫੇਰ ਨਹੀਂ ਆਉਂਦੇ। ਇਸੇ ਪ੍ਰਕਾਰ ਸਤਿਗੁਰੂ ਫਰਮਾਉਂਦੇ ਹਨ, ਸਾਚੇ ਨਾਮ ਕੀ ਤਿਲ ਵਡਿਆਈ। ਜਿਨ੍ਹਾਂ ਜੀਵਾਂ ਨੇ ਪਰਮੇਸ਼ਰ ਦੀ ਤਿਲ ਜਿੰਨੀ ਵੀ ਵਡਿਆਈ ਕੀਤੀ, ਥੋੜ੍ਹਾ ਜਿੰਨਾ ਵੀ ਸਿਮਰਨ ਕੀਤਾ, ਥੋੜ੍ਹੀ ਜਿੰਨੀ ਵੀ ਇੱਕ ਰਸ ਹੋ ਕਰਕੇ ਭਗਤੀ ਕੀਤੀ, ਤਾਂ ਉਹਨਾਂ ਦੀ ਕੀਮਤ ਕਹੀ ਨਾ ਜਾਈ। ਤੇ ਉਹਨਾਂ ਦੀ ਜਿਹੜੀ ਕੀਮਤ, ਅਜਿਹੇ ਉਹ ਕੀਮਤੀ ਉਹ ਬ੍ਰਹਮ ਵੇਤੇ ਮਹਾਂਪੁਰਖ ਬਣ ਜਾਂਦੇ ਹਨ।
ਉਹਨਾਂ ਦੀ ਜੋ ਕੀਮਤ ਹੈ ਉਹ ਕਹੀ ਨਹੀਂ ਜਾ ਸਕਦੀ। ਆਖ ਥੱਕੇ, ਸਾਰੇ ਹੀ ਕਹਿ ਕੇ ਥੱਕ ਚੁੱਕੇ ਹਨ, ਪਰ ਉਹਨਾਂ ਬ੍ਰਹਮ ਬੇਤੇ ਮਹਾਂਪੁਰਖਾਂ ਦੀ ਵੀ ਕੀਮਤ ਕਹੀ ਨਹੀਂ ਜਾ ਸਕਦੀ। ਜੇ ਸਭ ਮਿਲ ਕੇ ਆਖਣ ਪਾਹੇ, ਜੇ ਸਭ ਮਿਲ ਕੇ ਆਖਣ ਪਾਹੇ, ਕਿ ਇਹ ਸਤਿਗੁਰੂ ਨਾਨਕ ਦੇਵ ਜੀ, ਜੇਕਰ ਅਜਿਹੇ ਨਾਮ ਦੀ ਜੋ ਵਡਿਆਈ ਹੈ, ਅਜਿਹਾ ਜੋ ਪਰਮੇਸ਼ਰ ਬੇਅੰਤ ਹੈ, ਤੇ ਜੇਕਰ ਸਾਰੇ ਜੀਵ ਰਲ ਕੇ ਇਕੱਠੇ ਹੋ ਕੇ ਸੰਸਾਰ ਦੇ ਅੰਦਰ ਜੋ ਸਾਰੇ ਜੀਵ ਹਨ ਉਹ ਪਰਮੇਸ਼ਰ ਦੀ ਬੰਦਗੀ ਕਰਨ ਲੱਗ ਪੈਣ, ਪਰਮੇਸ਼ਰ ਦਾ ਨਾਮ ਸਿਮਰਨ ਲੱਗ ਪੈਣ, ਤੇ ਇਹ ਮਾਤਾ ਜੀ ਨੇ ਸਤਿਗੁਰਾਂ ਨੂੰ ਪ੍ਰਸ਼ਨ ਕੀਤਾ ਕਿ ਕੀ ਉਹ ਪਰਮੇਸ਼ਰ ਹੋਰ ਵੱਡਾ ਹੋ ਜਾਵੇਗਾ, ਅਤੇ ਜਾਂ ਜੇਕਰ ਸਾਰੇ ਜੀਵ ਪਰਮੇਸ਼ਰ ਦੀ ਬੰਦਗੀ ਸਿਮਰਨ ਕਰਨਾ ਛੱਡ ਦੇਣ ਤਾਂ ਕੀ ਉਹ ਪਰਮੇਸ਼ਰ ਦੀ ਵਡਿਆਈ ਘਟ ਜਾਵੇਗੀ। ਤਾਂ ਇਸ ਦਾ ਉੱਤਰ ਦਿੰਦੇ ਹੋਏ ਸਤਿਗੁਰਾਂ ਨੇ ਫਰਮਾਇਆ, ਜੇ ਸਭ ਮਿਲ ਕੇ ਆਖਣ ਪਾਹੇ, ਕਿ ਜੇਕਰ ਸਾਰੇ ਜੀਵ ਇਕੱਠੇ ਹੋ ਕਰਕੇ ਪਰਮੇਸ਼ਰ ਦਾ ਨਾਮ ਸਿਮਰਨ ਲੱਗ ਪੈਣ, ਵੱਡਾ ਨਾ ਹੋਵੇ ਘਾਟ ਨਾ, ਵੱਡਾ ਨਾ ਹੋਵੇ, ਉਹ ਪਰਮੇਸ਼ਰ ਇਹ ਸਾਰੇ ਜੀਵਾਂ ਦੁਆਰਾ ਸਿਮਰਨ ਕਰਨ ਦੇ ਨਾਲ ਨਾ ਉਸਨੇ ਵੱਡਾ ਹੋਣਾ ਹੈ, ਉਸਨੇ ਵੱਧ ਨਹੀਂ ਜਾਣਾ ਕਿ ਮੈਨੂੰ ਸਾਰੇ ਸਿਮਰਦੇ ਹਨ, ਅਤੇ ਘਾਟ ਨਾ ਜਾਏ। ਅਤੇ ਜੇਕਰ ਸਾਰੇ ਜੀਵ ਪਰਮੇਸ਼ਰ ਨੂੰ ਸਿਮਰਨ ਕਰਨਾ, ਯਾਦ ਕਰਨਾ ਛੱਡ ਵੀ ਦੇਣ, ਬੰਦਗੀ ਕਰਨੀ ਛੱਡ ਵੀ ਦੇਣ, ਤਾਂ ਉਹ ਪਰਮੇਸ਼ਰ ਦੀ ਕੋਈ ਵਡਿਆਈ ਘਟਦੀ ਨਹੀਂ। ਜਿਸ ਪ੍ਰਕਾਰ ਸੰਸਾਰ ਦੇ ਅੰਦਰ ਕਿਸੇ ਵਿਅਕਤੀ ਨੂੰ ਵੋਟਾਂ ਜ਼ਿਆਦੀਆਂ ਪੈ ਜਾਣ, ਉਸ ਦੀ ਜਿਸ ਵਿਅਕਤੀ ਦੇ ਮਗਰ ਮਨੁੱਖ ਜ਼ਿਆਦਾ ਖੜੇ ਹੋ ਜਾਣ, ਉਸ ਦੀ ਵਡਿਆਈ ਵੱਧ ਜਾਂਦੀ ਹੈ, ਅਤੇ ਜਿਸ ਦੇ ਪਿੱਛੋਂ ਸਪੋਰਟ ਖਿੱਚ ਲੈਣ, ਜਿਸ ਦੇ ਪਿੱਛੇ ਵਿਅਕਤੀ ਅਤੇ ਵੋਟਾਂ ਨਾ ਹੋਣ, ਉਸ ਦੀ ਵਡਿਆਈ ਘਟ ਜਾਂਦੀ ਹੈ। ਪਰ ਹੇ ਪਰਮੇਸ਼ਰ, ਐਸਾ ਤੂੰ ਬੇਅੰਤ ਹੈ, ਨਾ ਤਾਂ ਤੇਰੀ ਵਡਿਆਈ ਕਿਸੇ ਦੇ ਆਖਿਆਂ ਵੱਧਦੀ ਹੈ ਅਤੇ ਨਾ ਹੀ ਕਿਸੇ ਦੇ ਆਖਿਆਂ ਤੇਰੀ ਵਡਿਆਈ ਹੇ ਪਰਮੇਸ਼ਰ ਘਟਦੀ ਹੈ। ਇਸੇ ਹੀ ਪ੍ਰਕਾਰ ਫਿਰ ਪੜ੍ਹ ਦਿਓ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇਕਰ ਸਾਰੇ ਜੀਵ ਮਿਲ ਕਰਕੇ ਹੇ ਪਰਮੇਸ਼ਰ ਤੁਹਾਨੂੰ ਸਿਮਰਦੇ ਹਨ, ਵੱਡਾ ਨਾ ਹੋਵੇ, ਜੋ ਉਹ ਪਰਮੇਸ਼ਰ ਹੈ ਵੱਡਾ ਨਹੀਂ ਹੁੰਦਾ, ਭਾਵ ਮਰਦਾ ਨਹੀਂ। ਜਿਸ ਪ੍ਰਕਾਰ ਆਪਾਂ ਕਹਿੰਦੇ ਹਾਂ ਕਿ ਦੀਵੇ ਨੂੰ ਵੱਡਾ ਕਰ ਦਿਓ, ਭਾਵ ਬੁਝਾ ਦਿਓ, ਭਾਵ ਖਤਮ ਕਰ ਦਿਓ, ਜਾਂ ਗੁਰਬਾਣੀ ਅੰਦਰ ਫਰਮਾਨ ਆਉਂਦਾ ਹੈ, ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ। ਮਰਨ ਤੋਂ ਬਾਅਦ ਜਿਹੜਾ ਦੁਨੀਆ ਦੇ ਕੰਮਾਂ ਦੇ ਵਿੱਚ ਖਪਿਆ ਰਿਹਾ, ਦੁਨੀਆਦਾਰ ਅਖਵਾਉਂਦਾ ਰਿਹਾ ਕਿ ਮੈਂ ਵੱਡਾ ਦੁਨੀਆਦਾਰ ਹਾਂ, ਉਹ ਗਲ ਸੰਗਲ ਫਿਰ ਜਮਾਂ ਨੇ ਅੰਤ ਦੇ ਸਮੇਂ ਉਸ ਦੇ ਗਲ ਵਿੱਚ ਸੰਗਲ ਪਾ ਕੇ ਤੇ ਘਸੀਟ ਕੇ ਫਿਰ ਖੜਦੇ ਹਨ ਧਰਮਰਾਜ ਦੇ ਪਾਸ। ਇਸ ਪ੍ਰਕਾਰ ਵੱਡਾ ਦਾ ਅਰਥ ਮਰ ਜਾਣਾ। ਸੋ ਜੋ ਪਰਮੇਸ਼ਰ ਹੈ ਵੱਡਾ ਨਾ ਹੋਵੇ, ਨਾ ਉਹ ਪਰਮੇਸ਼ਰ ਮਰਦਾ ਹੈ ਅਤੇ ਘਾਟ ਨਾ ਜਾਏ, ਅਤੇ ਨਾ ਉਸ ਨੂੰ ਕੋਈ ਘਾਟਾ ਪੈਂਦਾ ਹੈ ਉਸ ਪਰਮੇਸ਼ਰ ਨੂੰ। ਇਸੇ ਪ੍ਰਕਾਰ ਵੱਡਾ ਨਾ ਹੋਵੇ, ਘਾਟ ਨਾ ਜਾਏ। ਜੇ ਸਭ ਮਿਲ ਕੇ ਆਖਣ ਪਾਹੇ, ਅਤੇ ਜਿਹੜੇ ਜੀਵ ਹਨ ਜੇਕਰ ਉਹ ਪਰਮੇਸ਼ਰ ਦੀ ਬੰਦਗੀ ਕਰ ਕਰਕੇ, ਸਿਮਰਨ ਕਰ ਕਰਕੇ ਉਸ ਪਰਮੇਸ਼ਰ ਦੇ ਨਾਲ ਇੱਕਮਿਕ ਹੋ ਜਾਣ, ਤਾਂ ਉਹਨਾਂ ਦੀ ਜੋ ਬ੍ਰਹਮ ਬੇਤਿਆਂ ਦੀ ਜੋ ਵਡਿਆਈ ਸਤਿਗੁਰੂ ਕਥਨ ਕਰਦੇ ਹਨ ਕਿ ਵੱਡਾ ਨਾ ਹੋਵੇ, ਉਹਨਾਂ ਨੂੰ ਵੱਡਾ ਭਾਵ ਅਹੰਕਾਰ, ਜਿਹੜਾ ਅਹੰਕਾਰ ਰੂਪੀ ਜੋ ਮੈਲ ਹੈ ਉਸ ਬ੍ਰਹਮ ਬੇਤੇ ਮਹਾਂਪੁਰਖਾਂ ਨੂੰ ਨਹੀਂ ਲੱਗਦੀ, ਜੋ ਪਰਮੇਸ਼ਰ ਨੂੰ ਸਿਮਰ ਕੇ ਪਰਮੇਸ਼ਰ ਦਾ ਰੂਪ ਹੋ ਜਾਂਦੇ ਹਨ, ਅਤੇ ਘਾਟ ਨਾ ਜਾਏ। ਅਤੇ ਉਹ ਫਿਰ ਜੂੰਡੀਆਂ ਰੂਪੀ ਘਾਟਾਂ ਦੇ ਅੰਦਰ, ਜਨਮ ਮਰਨ ਦੇ ਗੇੜ ਅੰਦਰ ਉਹ ਬ੍ਰਹਮ ਬੇਤੇ ਨਹੀਂ ਆਉਂਦੇ, ਜੋ ਪਰਮੇਸ਼ਰ ਨੂੰ ਸਿਮਰਨ ਲੱਗਦੇ ਹਨ ਅਤੇ ਸਿਮਰ ਕੇ ਪਰਮੇਸ਼ਰ ਦੇ ਨਾਲ ਇੱਕਮਿਕ ਹੋ ਜਾਂਦੇ ਹਨ। ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਐਸਾ ਉਹ ਪਰਮੇਸ਼ਰ ਨਾ ਕਿਸੇ ਦੇ ਕਹਿਆ ਵਰਦਾ ਹੈ ਅਤੇ ਨਾ ਘਟਦਾ ਹੈ, ਇੱਕ ਸਮਾਨ ਹੈ। ਨਾ ਉਹ ਮਰੇ ਨਾ ਹੋਵੇ ਸੋਗ, ਨਾ ਉਹ ਮਰੈ। ਅਜਿਹਾ ਜੋ ਪਰਮੇਸ਼ਰ ਹੈ, ਹੇ ਮਾਤਾ ਜੀ, ਸਤਿਗੁਰੂ ਕਹਿੰਦੇ ਹਨ ਕਿ ਨਾ ਉਹ ਮਰੈ ਅਤੇ ਨਾ ਉਹ ਪਰਮੇਸ਼ਰ ਮਰਦਾ ਹੈ, ਅਤੇ ਮਰਨ ਤੋਂ ਬਾਅਦ ਜੋ ਮਕਾਨ ਜਾ ਕੇ ਸੋਗ ਕਰਨਾ ਹੈ ਉਸ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹ ਪਰਮੇਸ਼ਰ ਮਰਦਾ ਨਹੀਂ। ਇਸੇ ਹੀ ਪ੍ਰਕਾਰ ਨਾ ਉਹ ਮਰੈ, ਨਾ ਉਹ ਪਰਮੇਸ਼ਰ ਮਰਦਾ ਹੈ, ਅਤੇ ਨਾ ਹੀ ਉਸ ਨੂੰ ਨਾ ਹੋਵੇ ਸੋਗ। ਉਸ ਪਰਮੇਸ਼ਰ ਨੂੰ ਕਿਸੇ ਪ੍ਰਕਾਰ ਦਾ ਕੋਈ ਸੋਗ, ਕੋਈ ਦੁੱਖ ਹੈ। ਇਸੇ ਹੀ ਪ੍ਰਕਾਰ ਨਾ ਉਹ ਮਰੈ। ਜਿਹੜੇ ਜੀਵ ਸਤਿਗੁਰਾਂ ਦਾ ਸਿਮਰਨ ਕਰਦੇ ਹਨ, ਬੰਦਗੀ ਕਰਦੇ ਹਨ, ਨਾ ਉਹ ਮਰੈ। ਉਹ ਜਿਹੜੀ ਆਤਮਿਕ ਮੌਤ ਹੈ ਉਸ ਦੇ ਵਿੱਚ ਨਹੀਂ ਮਰਦੇ, ਉਹ ਪਰਮੇਸ਼ਰ ਦਾ ਸਿਮਰਨ ਕਰਦੇ ਕਰਦੇ ਜਿਉਂਦੇ ਹਨ। ਆਖਾਂ ਜੀਵਾ ਵਿਸਰੈ ਮਰ ਜਾਓ, ਉਹ ਪਰਮੇਸ਼ਰ ਨੂੰ ਵਿਸਰਦੇ ਨਹੀਂ,
ਪਰਮੇਸ਼ਰ ਨੂੰ ਭੁਲਾਉਂਦੇ ਨਹੀਂ, ਇਸ ਕਰਕੇ ਨਾ ਉਹ ਮਰੈ। ਉਹ ਜਿਹੜੇ ਬ੍ਰਹਮ ਵੇਤੇ ਪੁਰਖ ਹਨ ਉਹ ਨਹੀਂ ਮਰਦੇ, ਨਾ ਹੋਵੇ ਸੋਗ, ਅਤੇ ਨਾ ਹੀ ਉਹਨਾਂ ਨੂੰ ਸੰਸਾਰ ਦੇ ਅੰਦਰ ਕੋਈ ਸੋਗ ਹੁੰਦਾ ਹੈ, ਕੋਈ ਚਿੰਤਾ ਹੁੰਦੀ ਹੈ। ਉਹ ਸਦਾ ਹੀ ਪਰਮੇਸ਼ਰ ਦੇ ਵਾਂਗ, ਜਿਸ ਪ੍ਰਕਾਰ ਪਰਮੇਸ਼ਰ ਆਨੰਦ ਸਰੂਪ ਦੇ ਅੰਦਰ ਟਿਕਿਆ ਹੋਇਆ ਹੈ, ਉਸੇ ਹੀ ਪ੍ਰਕਾਰ ਜੋ ਜੀਵ ਹਨ ਉਸ ਨੂੰ ਸਿਮਰਦੇ ਹਨ। ਉਹ ਸਦਾ ਹੀ ਆਨੰਦ ਦੇ ਵਿੱਚ ਰਹਿੰਦੇ ਹਨ। ਉਹ ਕਦੀ ਉਹਨਾਂ ਨੂੰ ਸੰਸਾਰ ਦੇ ਅੰਦਰ ਸੋਗ ਨਹੀਂ ਵਿਆਪਦਾ। ਦੇਂਦਾ ਰਹਿ ਨ ਚੂਕੈ ਭੋਗ। ਇਸ ਪ੍ਰਕਾਰ ਸਾਧ ਸੰਗਤ, ਜੋ ਮੂਸਾ ਪੈਗੰਬਰ ਹੋਇਆ ਹੈ, ਉਸ ਨੇ ਇੱਕ ਸਮੇਂ ਖੁਦਾ ਦੇ ਪਾਸ ਅਰਜ਼ੋਈ ਕੀਤੀ ਕਿ ਹੇ ਖੁਦਾ, ਜੋ ਤੈਨੂੰ ਬਹੁਤ ਹੀ ਕੰਮ ਹੁੰਦੇ ਹਨ, ਸਾਰੇ ਸੰਸਾਰ ਦਾ ਤੂੰ ਧਿਆਨ ਰੱਖਣਾ ਹੁੰਦਾ ਹੈ, ਤੂੰ ਇਸ ਤਰ੍ਹਾਂ ਕਰ ਕਿ ਮੈਨੂੰ ਜੋ ਤੂੰ ਰਿਜ਼ਕ ਪੜਾਉਣਾ ਹੈ ਸਾਰਿਆਂ ਤੱਕ, ਇਹ ਡਿਊਟੀ ਮੈਨੂੰ ਦੇ ਦੇ ਹੇ ਖੁਦਾ, ਇਹ ਡਿਊਟੀ ਮੇਰੀ ਲਾ ਦੇ। ਮੈਂ ਸਾਰੇ ਜੀਵਾਂ ਨੂੰ ਰਿਜ਼ਕ ਦੇ ਦਿਆ ਕਰਾਂਗਾ ਅਤੇ ਤੂੰ ਹੋਰ ਕੰਮ ਸੰਸਾਰ ਦੇ ਉਹ ਕਰ ਲੈ। ਇਹ ਖੁਦਾ ਨੂੰ ਇਹ ਮੂਸੇ ਪੈਗੰਬਰ ਨੇ ਆਖਿਆ। ਤਾਂ ਖੁਦਾ ਨੇ ਅੱਗੋਂ ਜਵਾਬ ਦਿੱਤਾ ਕਿ ਇਹ ਕਾਰਜ ਜੋ ਰਿਜ਼ਕ ਦੇਣ ਦਾ ਕਾਰਜ ਹੈ ਉਹ ਤੇਰੇ ਪਾਸੋਂ ਨਹੀਂ ਹੋਣਾ, ਤੂੰ ਸਾਰਿਆਂ ਨੂੰ ਰਿਜ਼ਕ ਨਹੀਂ ਅਪੜਾ ਸਕੇਗਾ। ਪਰ ਮੂਸੇ ਦੀ ਜਿੱਦ ਕਾਰਨ ਜੋ ਖੁਦਾ ਨੇ ਇਹ ਕਿਹਾ ਕਿ ਠੀਕ ਹੈ, ਇੱਦਾਂ ਕਰਦਾ ਹਾਂ, ਤੈਨੂੰ 2 ਨਗਰਾਂ ਦੀ ਡਿਊਟੀ ਦੇ ਦਿੰਦਾ ਹਾਂ ਕਿ ਇਹ 2 ਨਗਰਾਂ ਦੇ ਅੰਦਰ ਤੂੰ ਜੋ ਇਹ ਰਿਜ਼ਕ ਅਪਣਾਉਣਾ ਹੈ। ਸੋ ਇਸ ਪ੍ਰਕਾਰ ਜਿਸ ਸਮੇਂ ਮੂਸਾ ਇਹ ਜੋ ਰਿਜ਼ਕ ਦੇਣ ਲੱਗਾ ਤਾਂ ਉਸ ਨੇ ਇਹ ਦੇਖਿਆ ਕਿ ਜੋ ਇੱਕ ਦੁਸ਼ਟ ਪੁਰਸ਼ ਸੀ, ਉਹ ਸਿਵਿਆਂ ਦੇ ਅੰਦਰ ਜਾ ਕਰਕੇ ਜੋ ਤਾਜ਼ੀ ਔਰਤ ਦੀ ਲਾਸ਼ ਜੋ ਨੱਪੀ ਹੋਈ ਸੀ ਉਸ ਨੂੰ ਪੱਟ ਕੇ ਤੇ ਮੰਦ ਵਾਸ਼ਨਾ ਉਹਦੇ ਨਾਲ ਭੋਗਣ ਲੱਗਾ ਹੋਇਆ ਸੀ। ਤਾਂ ਇਸ ਨੂੰ ਮੂਸੇ ਨੇ ਨੀਚ ਜਾਣਦੇ ਹੋਏ, ਨੀਚ ਕਰਮ ਜਾਣ ਕੇ ਉਸ ਨੂੰ ਰੋਜ਼ੀ ਨਹੀਂ ਦਿੱਤੀ, ਉਸ ਨੂੰ ਰਿਜ਼ਕ ਨਹੀਂ ਦਿੱਤਾ। ਅਤੇ ਜਿਸ ਸਮੇਂ ਬਾਕੀ ਸਾਰਿਆਂ ਨੂੰ ਇਹਨੇ ਰਿਜ਼ਕ ਦੇ ਦਿੱਤਾ। ਤਾਂ ਜਿਸ ਸਮੇਂ ਮੂਸਾ ਖੁਦਾ ਦੇ ਦਰਸ਼ਨ ਕਰਨ ਆਇਆ ਤਾਂ ਖੁਦਾ ਨੇ ਪੁੱਛਿਆ ਕਿ ਤੂੰ ਸਾਰਿਆਂ ਨੂੰ ਰਿਜ਼ਕ ਦੇ ਦਿੱਤਾ ਹੈ ਜੋ 2 ਨਗਰਾਂ ਦੀ ਤੇਰੀ ਡਿਊਟੀ ਲਾਈ ਸੀ? ਉਸ ਨੇ ਕਿਹਾ ਕਿ ਹਾਂ ਖੁਦਾ, ਮੈਂ ਰਿਜ਼ਕ ਸਾਰਿਆਂ ਨੂੰ ਅਪੜਾ ਦਿੱਤਾ ਹੈ, ਪਰ ਇੱਕ ਜੋ ਦੁਸ਼ਟ ਜੀਵ ਸੀ, ਮੰਦ ਕਰਮ ਕਰਦਾ ਸੀ, ਉਸ ਨੂੰ ਰਿਜ਼ਕ ਨਹੀਂ ਦਿੱਤਾ। ਤਾਂ ਖੁਦਾ ਕਹਿਣ ਲੱਗੇ ਕਿ ਇਹ ਤੂੰ ਬਹੁਤ ਗਲਤ ਕੀਤਾ ਹੈ, ਤੂੰ ਉਹਦਾ ਰਿਜ਼ਕ ਨਹੀਂ ਸੀ ਰੋਕਣਾ। ਜੋ ਉਹਦੇ ਕਰਮਾਂ ਦਾ ਫਲ ਹੈ ਉਹ ਵਿਧਾਤਾ ਪਰਮੇਸ਼ਰ ਉਸ ਨੂੰ ਆਪ ਉਹ ਕਰਮਾਂ ਦਾ ਫਲ ਦੇਵੇਗਾ, ਪਰ ਤੂੰ ਉਹਦਾ ਰਿਜ਼ਕ ਨਹੀਂ ਸੀ ਰੋਕਣਾ। ਮੂਸਾ ਪੁੱਛਣ ਲੱਗਾ ਕਿ ਤੁਸੀਂ ਇਸ ਪ੍ਰਕਾਰ ਸਾਰਿਆਂ ਨੂੰ ਹੀ ਰਿਜ਼ਕ ਦਿੰਦੇ ਹੋ? ਖੁਦਾ ਨੇ ਆਖਿਆ ਕਿ ਹਾਂ, ਕਿ ਸਾਰਿਆਂ ਨੂੰ ਹੀ ਰਿਜ਼ਕ ਦਿੰਦਾ ਹਾਂ, ਚਾਹੇ ਉਹ ਨੀਚ, ਚਾਹੇ ਉਹ ਦੁਸ਼ਟ, ਜਿਤਨਾ ਮਰਜੀ ਹੋਵੇ। ਜਾन को देत अजान को देत, ਜ਼ਮੀਨ ਕੋ ਦੇਤ ਜਮਾਨ ਕੋ ਦੇ ਹੈ। ਇਹ ਜੋ ਐਸਾ ਪਰਮੇਸ਼ਰ ਹੈ, ਉਹ ਉਸ ਖੁਦਾ ਨੇ ਕਿਹਾ ਕਿ ਹਾਂ ਮੈਂ ਸਾਰਿਆਂ ਨੂੰ ਹੀ ਦਿੰਦਾ ਹਾਂ। ਤਾਂ ਉਸ ਵੇਲੇ ਮੂਸੇ ਨੇ ਇਹ ਪਰਖ ਕਰਨੀ ਚਾਹੀ ਕਿ ਵਾਕਈ ਜੋ ਖੁਦਾ ਇਹ ਸਾਰਿਆਂ ਨੂੰ ਰਿਜ਼ਕ ਦਿੰਦਾ ਹੈ। ਤਾਂ ਉਸ ਨੇ ਜੋ ਪੱਥਰ ਦੇ ਥੱਲੇ ਕੀੜਾ ਸੀ, ਉਸ ਨੇ ਪੱਥਰ ਹਟਾ ਕੇ ਦੇਖਿਆ ਤਾਂ ਉਸ ਕੀੜੇ ਦੇ ਮੂੰਹ ਵਿੱਚ ਵੀ ਜੋ ਚੌਲ ਦਾ ਦਾਣਾ ਫੜਿਆ ਹੋਇਆ ਸੀ। ਅਤੇ ਇੱਥੋਂ ਮੂਸੇ ਨੂੰ ਇਹ ਨਿਸ਼ਚਾ ਆ ਗਿਆ ਕਿ ਜੋ ਖੁਦਾ ਹੈ ਇਹ ਰਿਜ਼ਕ ਸਾਰਿਆਂ ਨੂੰ ਦਿੰਦਾ ਹੈ। ਇਸ ਕਰਕੇ ਉਸ ਨੇ ਖੁਦਾ ਨੂੰ ਕਿਹਾ ਕਿ ਇਹ ਮੇਰੇ ਪਾਸੋਂ ਰਿਜ਼ਕ ਦੇਣ ਦਾ ਕੰਮ ਨਹੀਂ ਹੋਣਾ, ਇਹ ਤੁਹਾਨੂੰ ਹੀ ਮੁਬਾਰਕ। ਸੋ ਇਸ ਪ੍ਰਕਾਰ ਕਾਹੇ ਕੋ ਡੋਲਤ ਹੈ ਤੁਮਰੀ ਸੁਧ, ਸੁੰਦਰ ਸ੍ਰੀ ਪਦਮਾਪਤ ਲੈ ਹੈ। ਜੋ ਪਰਮੇਸ਼ਰ ਹੈ ਜੀਵ, ਤੂੰ ਕਿਉਂ ਡੋਲਦਾ ਹੈ? ਉਹ ਤਾਂ ਰਿਜ਼ਕ ਸਾਰਿਆਂ ਨੂੰ ਹੀ ਉਸ ਦੀ ਡਿਊਟੀ ਹੈ। ਪਰਮੇਸ਼ਰ ਸਾਰਿਆਂ ਨੂੰ ਰਿਜ਼ਕ ਅਪਣਾਉਂਦਾ ਹੈ, ਤੂੰ ਕਿਉਂ ਡੋਲਦਾ ਹੈ? ਤੇਰੀ ਜਿਹੜੀ ਸੁਧ ਹੈ, ਸੁੰਦਰ ਸ੍ਰੀ ਪਦਮਾਪਤੀ ਜੋ ਪਰਮੇਸ਼ਰ ਹੈ, ਉਹ ਤੇਰੀ ਸਾਰ ਲੈਂਦੇ ਹਨ। ਇਸੇ ਪ੍ਰਕਾਰ ਦੇਦਾ ਦੇ, ਮਾਫ ਕਰਨਾ, ਦੇਦਾ ਰਹਿ ਨਾ ਚੁੱਕੈ ਭੋਗ। ਐਸਾ ਉਹ ਪਰਮੇਸ਼ਰ ਹੈ, ਉਹ ਦਿੰਦਾ ਹੀ ਰਹਿੰਦਾ ਹੈ, ਜੀਵਾਂ ਨੂੰ ਦਾਤਾਂ ਦਿੰਦਾ ਹੈ, ਰਿਜ਼ਕ ਦਿੰਦਾ ਹੈ, ਨਾ ਚੁੱਕੈ ਭੋਗ। ਉਸ ਦੇ ਭੰਡਾਰੇ ਕਦੀ ਖਾਲੀ ਨਹੀਂ ਹੁੰਦੇ। ਇਸੇ ਪ੍ਰਕਾਰ ਜਪਜੀ ਸਾਹਿਬ ਅੰਦਰ ਮਹਾਰਾਜ ਫਰਮਾਉਂਦੇ ਹਨ, ਦੇਂਦਾ ਦੇ ਲੈਦੇ ਥੱਕ ਪਾਹੇ। ਦੇਣ ਵਾਲਾ ਪਰਮੇਸ਼ਰ ਦਾਤਾਂ ਦਿੰਦਾ ਰਹਿੰਦਾ ਹੈ, ਪਰ ਜਿਹੜੇ ਜੀਵ ਲੈਣ ਵਾਲੇ ਹਨ, ਦਾਤਾਂ ਪ੍ਰਾਪਤ ਕਰਨ ਵਾਲੇ ਹਨ, ਉਹ ਥੱਕ ਜਾਂਦੇ ਹਨ। ਇਸੇ ਹੀ ਪ੍ਰਕਾਰ ਦੇਦਾ ਰਹਿ ਨਾ ਚੁੱਕੈ ਭੋਗ। ਜਿਹੜੇ ਉਸ ਪਰਮੇਸ਼ਰ ਨੂੰ ਬੰਦਗੀ ਕਰਨ ਵਾਲੇ, ਸਿਮਰਨ ਕਰਨ ਵਾਲੇ ਜੋ ਬ੍ਰਹਮ ਵੇਤੇ ਮਹਾਂਪੁਰਖ ਹਨ, ਦੇਂਦਾ ਰਹਿ। ਉਹ ਜੀਵਾਂ ਨੂੰ ਪ੍ਰਭੂ ਦੇ ਨਾਮ ਰੂਪੀ ਉਪਦੇਸ਼ ਦਿੰਦੇ ਹੀ ਰਹਿੰਦੇ ਹਨ।
ਉਹ ਜੋ ਉਹਨਾਂ ਦੀ ਪਰਮੇਸ਼ਰ ਨੇ ਡਿਊਟੀ ਲਾਈ ਹੈ ਉਹ ਪ੍ਰਚਾਰ ਕਰਦੇ ਹੀ ਰਹਿੰਦੇ ਹਨ, ਨਾ ਚੁੱਕੈ ਭੋਗ। ਅਤੇ ਉਹ ਬ੍ਰਹਮ ਵੇਤੇ ਮਹਾਂਪੁਰਖ ਨਾ ਕਦੀ ਚੁੱਕਦੇ ਹਨ, ਕਦੀ ਥੱਕਦੇ ਹਨ। ਉਹ ਬਸ ਸਤਿਗੁਰਾਂ ਦੇ ਨਾਮ ਦੀ ਜੋ ਦਾਤ ਹੈ, ਨਾਮ ਦਾ ਜੋ ਉਪਦੇਸ਼ ਹੈ, ਸਾਰੇ ਹੀ ਜੀਵਾਂ ਨੂੰ ਇਸ ਪ੍ਰਕਾਰ ਦਿੰਦੇ ਰਹਿੰਦੇ ਹਨ। ਗੁਣ ਇਹੋ ਹੋਰ ਨਾਹੀ ਕੋਏ। ਗੁਣ ਇਹੋ ਹੋਰ ਨਾਹੀ ਕੋਏ। ਜੋ ਐਸੇ ਗੁਣਾਂ ਵਾਲਾ, ਸ੍ਰੇਸ਼ਟ ਗੁਣਾਂ ਵਾਲਾ ਜੋ ਪਰਮੇਸ਼ਰ ਹੈ, ਸਾਰਿਆਂ ਨੂੰ ਰਿਜ਼ਕ ਅਪਣਾਉਂਦਾ ਹੈ। ਇਸ ਪ੍ਰਕਾਰ ਜੇਕਰ ਕੋਈ ਜੀਵ ਕਿਸੇ ਦਾ ਔਗਣ ਵੇਖ ਲਵੇ ਤਾਂ ਝਟਪਟ ਹੀ ਉਸ ਨੂੰ ਛੱਡ ਦਿੰਦਾ ਹੈ। ਪਰ ਐਸਾ ਜੋ ਪਰਮੇਸ਼ਰ ਹੈ, ਅਕਿਰਤ ਕਣਾਂ ਨੂੰ ਪਾਲਦਾ, ਪ੍ਰਭ ਨਾਨਕ ਸਾਧ ਬਖਸ਼ੰਦ। ਉਹ ਅਕਿਰਤ ਕਣ ਜੀਵਾਂ ਨੂੰ ਵੀ ਪਾਲਦਾ ਹੈ, ਰਿਜ਼ਕ ਦਿੰਦਾ ਹੈ। ਐਸੇ ਗੁਣਾਂ ਵਾਲਾ ਜੋ ਪਰਮੇਸ਼ਰ ਹੈ, ਹੋਰ ਨਾਹੀ ਕੋਏ। ਅਤੇ ਇਹੋ ਜਿਹੇ ਗੁਣ ਕਿਸੇ ਹੋਰ ਵਿੱਚ ਨਹੀਂ ਹਨ, ਉਹ ਕੇਵਲ ਤਾਂ ਕੇਵਲ ਉਸ ਪਰਮੇਸ਼ਰ ਦੇ ਵਿੱਚ ਹੀ ਹਨ। ਇਸੇ ਹੀ ਪ੍ਰਕਾਰ ਗੁਣ ਇਹੋ ਹੋਰ ਨਾਹੀ ਕੋਏ। ਇਹ ਪਰਮੇਸ਼ਰ ਦਾ ਸ੍ਰੇਸ਼ਟ ਗੁਣ ਹੈ ਕਿ ਹੋਰ ਨਾਹੀ ਕੋਏ। ਉਸ ਦੇ ਬਰਾਬਰ, ਪਰਮੇਸ਼ਰ ਦੇ ਬਰਾਬਰ ਦਾ, ਉਸ ਦੇ ਤੁੱਲ ਕੋਈ ਹੋਰ ਵੀ ਨਹੀਂ ਹੈ। ਨਾ ਕੋ ਹੋਆ ਨਾ ਕੋ ਹੋਏ। ਨਾ ਕੋ ਹੋਆ ਅਤੇ ਨਾ ਹੀ ਹੈ ਪਰਮੇਸ਼ਰ ਤੁਹਾਡੇ ਵਰਗਾ ਅਤੇ ਤੁਹਾਡੇ ਜਿਹੇ ਗੁਣਾਂ ਵਾਲਾ ਨਾ ਕੋਈ ਹੁਣ ਤੱਕ ਹੋਇਆ ਹੈ, ਅਤੇ ਨਾ ਹੀ ਨਾ ਕੋ ਹੋਏ, ਅਤੇ ਨਾ ਹੀ ਅੱਗੇ ਇਹੋ ਜਿਹੇ ਗੁਣਾਂ ਵਾਲਾ ਹੈ ਪਰਮੇਸ਼ਰ ਕੋਈ ਤੁਹਾਡੇ ਵਰਗਾ ਕੋਈ ਹੋਵੇਗਾ। ਜੇਵਡ ਆਪ ਤੇਵਡ ਤੇਰੀ ਦਾਤ। ਜੇਵੜ ਆਪ ਹੈ ਪਰਮੇਸ਼ਰ, ਜਿੱਡੇ ਵੱਡੇ ਤੁਸੀਂ ਆਪ ਹੋ, ਤੇਵੜ ਤੇਰੀ ਦਾਤ, ਉਤਨੀ ਹੀ ਵੱਡੀ ਤੁਹਾਡੀ ਦਾਤ ਹੈ। ਇੱਕ ਸਮੇਂ ਭਗਤ ਸ਼ੇਖ ਫਰੀਦ ਹੋਏ ਹਨ, ਜਿਨ੍ਹਾਂ ਦੀ ਪਵਿੱਤਰ ਗੁਰਬਾਣੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਸਤਿਗੁਰਾਂ ਨੇ ਸ੍ਰੇਸ਼ਟ ਸੰਪੂਰਨ ਭਗਤ ਜਾਣ ਕੇ ਉਹਨਾਂ ਦੀ ਗੁਰਬਾਣੀ ਦਰਜ ਕੀਤੀ। ਤਾਂ ਜਿਸ ਸਮੇਂ ਸ਼ੇਖ ਫਰੀਦ ਸਾਹਿਬ ਦੀ ਉਮਰ ਛੋਟੀ ਸੀ, ਤਾਂ ਉਸ ਸਮੇਂ ਉਹਨਾਂ ਦੀ ਮਾਤਾ ਜੀ, ਜੋ ਇਹ ਭਗਤ ਜੀ ਸ਼ੱਕਰ ਦੇ ਬੜੇ ਸ਼ੌਕੀਨ ਸਨ, ਸ਼ੱਕਰ ਖਾਂਦੇ ਸਨ। ਤਾਂ ਮਾਤਾ ਜੀ ਨੇ ਕੀ ਕਰਨਾ, ਜਿਸ ਸਮੇਂ ਉਹਨਾਂ ਨੇ ਬੰਦਗੀ ਕਰਨੀ ਤਾਂ ਉਸ ਸਮੇਂ ਮਾਤਾ ਜੀ ਨੇ ਉਹਨਾਂ ਦੀ ਚਾਦਰ ਦੇ ਥੱਲੇ ਸ਼ੱਕਰ ਰੱਖ ਦੇਣੀ। ਤਾਂ ਇਹ ਕਹਿਣਾ ਕਿ ਦੇਖ ਪੁੱਤਰ, ਵੀ ਤੁਸੀਂ ਇਹ ਜੋ ਪਰਮੇਸ਼ਰ ਦੀ ਬੰਦਗੀ ਕੀਤੀ ਹੈ, ਪਰਮੇਸ਼ਰ ਨੇ ਖੁਸ਼ ਹੋ ਕੇ ਤੁਹਾਨੂੰ ਇਹ ਸ਼ੱਕਰ ਦੀ ਦਾਤ ਬਖਸ਼ਿਸ਼ ਕੀਤੀ ਹੈ, ਤੁਸੀਂ ਇਹ ਖਾਓ ਅਤੇ ਆਨੰਦ ਮਾਣੋ। ਇਸ ਪ੍ਰਕਾਰ ਸਾਧ ਸੰਗਤ, ਜੋ ਮਾਤਾ ਦਾ ਅਤੇ ਜੋ ਪਿਤਾ ਦਾ ਫਰਜ਼ ਹੁੰਦਾ ਹੈ, ਉਹ ਬਚਪਨ ਦੇ ਵਿੱਚ ਹੀ ਸਿੱਖਿਆ ਦੇਣਾ, ਜੋ ਬੱਚੇ ਨੂੰ ਪਰਮੇਸ਼ਰ ਵੱਲ ਜੋੜਨਾ। ਉਹ ਮਾਤਾ ਪਿਤਾ ਜੋ ਜਨਮ ਦੇ ਜੋ ਬਚਪਨ ਦੇ ਅੰਦਰ ਜੋ ਸਿੱਖਿਆ ਦੇ ਦਿੰਦੇ ਹਨ, ਉਹ ਜੋ ਬੱਚੇ ਦੇ ਉਹ ਜੀਵ ਦੇ ਨਾਲ ਸਾਰੀ ਉਮਰ ਤੱਕ ਤਾਂ ਜ਼ਿੰਦਗੀ ਉਸ ਦੇ ਨਾਲ ਜਾਂਦੀ ਹੈ। ਇਸੇ ਪ੍ਰਕਾਰ ਸਾਧ ਸੰਗਤ ਆਪਾਂ ਬੱਚਿਆਂ ਨੂੰ ਵੀ ਪ੍ਰੇਰਿਆ ਕਰੀਏ, ਜਿਸ ਪ੍ਰਕਾਰ ਭਗਤ ਸਾਹਿਬ ਦੀ ਮਾਤਾ ਨੇ ਪ੍ਰੇਰ ਕਰਕੇ ਗੁਰਦੁਆਰਾ ਸਾਹਿਬ ਵਿਖੇ ਲਿਆਇਆ ਕਰੀਏ ਅਤੇ ਸਤ ਸੰਗਤ ਵਿੱਚ ਅਤੇ ਸਤਿਗੁਰਾਂ ਦੇ ਨਾਲ ਜੋੜੀਏ। ਇਸੇ ਪ੍ਰਕਾਰ ਜਿਸ ਸਮੇਂ ਭਗਤ ਸ਼ੇਖ ਫਰੀਦ ਸਾਹਿਬ ਜੰਗਲ ਵਿੱਚ ਚਲੇ ਗਏ ਸਨ ਵੱਡੇ ਹੋ ਕੇ ਭਗਤੀ ਕਰਨ, ਤਾਂ ਉਸ ਸਮੇਂ ਜਦੋਂ ਭਗਤੀ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੋਈ ਅਤੇ ਜਿਸ ਸਮੇਂ ਘਰ ਵਾਪਸ ਆਏ, ਕਾਫੀ ਸਮੇਂ ਬਾਅਦ ਘਰ ਵਿੱਚ ਬਹੁਤ ਗਰੀਬੀ ਸੀ, ਜੋ ਮਾਤਾ ਜੀ ਕੁੱਲੀ ਵਿੱਚ ਰਹਿ ਰਹੇ ਸਨ। ਤਾਂ ਉਸ ਸਮੇਂ ਜਦੋਂ ਸ਼ੇਖ ਫਰੀਦ ਸਾਹਿਬ ਦੀ ਮਾਤਾ ਜੀ ਨੇ ਦਰਸ਼ਨ ਕੀਤੇ, ਬਹੁਤ ਹੀ ਪ੍ਰਸੰਨ ਹੋਏ ਅਤੇ ਪ੍ਰਸੰਨ ਹੋ ਕਰਕੇ ਇਹ ਕਹਿਣ ਲੱਗੇ ਕਿ ਇਹ ਪੁੱਤਰ, ਜੇਕਰ ਅੱਜ ਮੇਰੇ ਘਰ ਦੇ ਅੰਦਰ ਖੰਡ ਅਤੇ ਘਿਓ ਹੁੰਦੀ ਤਾਂ ਮੈਂ ਤੈਨੂੰ ਸ਼ੱਕਰ ਬਣਾ ਕੇ ਛਕਾ ਦਿੰਦੀ। ਮਾਤਾ ਜੀ ਨੇ ਪ੍ਰਸੰਨ ਹੋ ਕੇ ਕਿਹਾ। ਤਾਂ ਉਸ ਸਮੇਂ ਭਗਤ ਜੀ ਨੇ ਕਿਹਾ ਕਿ ਮਾਤਾ ਜੀ, ਜਿਹੜੀ ਤੁਹਾਡੀ ਇਹ ਮਨਸ਼ਾ ਹੈ, ਤੁਹਾਡੀ ਇੱਛਾ ਹੈ, ਉਹ ਪਰਮੇਸ਼ਰ ਜ਼ਰੂਰ ਪੂਰੀ ਕਰੇਗਾ। ਅਤੇ ਇਸ ਤੋਂ ਬਾਅਦ ਭਗਤ ਸਾਹਿਬ ਫਿਰ ਜੰਗਲ ਦੇ ਵਿੱਚ ਭਗਤੀ ਕਰਨ ਚਲੇ ਗਏ। ਤਾਂ ਉਹਨਾਂ ਦੇ ਮਗਰੋਂ ਇੱਕ ਸੌਦਾਗਰ ਆਇਆ ਅਤੇ ਉਸਨੇ ਗੱਡੇ ਭਰੇ ਹੋਏ ਸਨ, ਉਸਨੇ ਸਾਰੀ ਹੀ ਸ਼ੱਕਰ, ਖੰਡ ਅਤੇ ਜੋ ਘਿਓ ਸੀ ਉਹ ਮਾਤਾ ਜੀ ਨੂੰ ਦੇਣਾ ਕੀਤਾ ਅਤੇ ਉਹਨਾਂ ਦੀ ਕੁੱਲੀ ਦੇ ਅੰਦਰ ਰੱਖ ਦਿੱਤਾ। ਜਿਸ ਸਮੇਂ ਸ਼ਾਮ ਨੂੰ ਭਗਤ ਸਾਹਿਬ ਵਾਪਸ ਆਏ ਤਾਂ ਆਣ ਕਰਕੇ ਦੇਖਿਆ ਕਿ ਮਾਤਾ ਜੀ ਕੁੱਲੀ ਦੇ ਬਾਹਰ ਬੈਠੇ ਹਨ। ਮਾਤਾ ਜੀ ਨੂੰ ਪੁੱਛਿਆ ਕਿ ਤੁਸੀਂ ਬਾਹਰ ਕਿਉਂ ਬੈਠੇ ਹੋ? ਮਾਤਾ ਜੀ ਕਹਿਣ ਲੱਗੇ ਕਿ ਇੱਕ ਰਾਜਾ ਪੁਰਸ਼ ਆਇਆ ਸੀ, ਉਹ ਖੰਡ ਅਤੇ ਘਿਓ ਦੇ ਗਿਆ ਹੈ ਕਾਫੀ, ਉਹ ਅੰਦਰ ਪਿਆ ਹੈ, ਸਾਰੀ ਕੁੱਲੀ ਉਹਦੇ ਨਾਲ ਭਰੀ ਹੋਈ ਹੈ ਅਤੇ ਇਸ ਪ੍ਰਕਾਰ ਅੰਦਰ ਬੈਠਣ ਦੀ ਜਗ੍ਹਾ ਨਹੀਂ, ਮੈਂ ਤਾਂ ਬਾਹਰ ਬੈਠੀ ਹਾਂ। ਭਗਤ ਸਾਹਿਬ ਨੇ ਕਿਹਾ ਕਿ ਉਹ ਕੋਈ ਰਾਜਾ ਨਹੀਂ, ਉਹ ਪਰਮੇਸ਼ਰ ਆਪ ਸੀ, ਤੁਹਾਡੀ ਇੱਛਾ ਪੂਰੀ ਕਰਨ ਆਇਆ ਸੀ। ਅਤੇ ਮਾਤਾ ਜੀ ਨੇ ਕਿਹਾ ਕਿ ਮੈਂ ਤਾਂ ਇੱਕ ਪਾਈਆ ਖੰਡ ਅਤੇ ਪਾਈਆ ਘਿਓ ਹੀ ਮੰਗਿਆ ਸੀ। ਭਗਤ ਸਾਹਿਬ ਕਹਿਣ ਲੱਗੇ ਕਿ ਜਿੱਡਾ ਵੱਡਾ ਪਰਮੇਸ਼ਰ ਆਪ ਹੈ, ਉਸ ਦੇ ਪਾਈਏ ਵੀ ਉਤਨੇ ਹੀ ਵੱਡੇ ਹਨ।
ਸੋ ਇਹ ਪਰਮੇਸ਼ਰ ਦੀ ਜੋ ਵਡਿਆਈ ਹੈ, ਜੇ ਵਡ ਆਪ ਤੇ ਵਡ ਤੇਰੀ ਦਾਤ। ਜਿੱਡਾ ਵੱਡਾ ਪਰਮੇਸ਼ਰ ਆਪ ਹੈ, ਉਸ ਦੀ ਦਾਤ ਵੀ ਉਤਨੀ ਹੀ ਵੱਡੀ ਸ੍ਰੇਸ਼ਟ ਹੈ। ਜਿਨ ਦਿਨ ਕਰਕੇ ਕੀਤੀ ਰਾਤ, ਐਸਾ ਜੋ ਪਰਮੇਸ਼ਰ ਹੈ ਜਿਸ ਨੇ ਦਿਨ ਕਰਕੇ ਅਤੇ ਰਾਤ ਬਣਾ ਦਿੱਤੀ ਹੈ, ਜਿਸ ਨੇ ਦਿਨ ਬਣਾਇਆ ਕੰਮਕਾਰ ਲਈ, ਰੁਜ਼ਗਾਰ ਚਲਾਉਣ ਲਈ, ਅਤੇ ਕੀਤੀ ਰਾਤ, ਜਿਸ ਨੇ ਬੰਦਗੀ ਕਰਨ ਵਾਸਤੇ, ਸਿਮਰਨ ਕਰਨ ਵਾਸਤੇ ਜੋ ਇਹ ਰਾਤ ਪੈਦਾ ਕੀਤੀ, ਰਾਤ ਬਣਾਈ। ਜੋ ਜਪਜੀ ਸਾਹਿਬ ਅੰਦਰ ਸਤਿਗੁਰੂ ਫਰਮਾਉਂਦੇ ਹਨ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ। ਦਿਨ ਤੇ ਜੋ ਰਾਤ ਹਨ, ਇਹ ਪਰਮੇਸ਼ਰ ਨੇ ਖਿਡਾਵੇ ਬਣਾਏ ਹਨ ਅਤੇ ਸਾਰਾ ਹੀ ਸੰਸਾਰ ਇਹਨਾਂ ਦੇ ਅੰਦਰ ਖੇਡ ਰਿਹਾ ਹੈ। ਖਸਮ ਵਿਸਾਰੈ ਤੇ ਕਮਜਾਤ, ਖਸਮ ਵਿਸਾਰ ਹੈ ਤੇ ਕਮਜਾਤ। ਕਮਜਾਤ ਉਸ ਇਸਤਰੀ ਨੂੰ ਕਹਿੰਦੇ ਹਨ ਜੋ ਆਪਣੇ ਪਤੀ ਨੂੰ ਛੱਡ ਕੇ, ਭੁਲਾ ਕੇ ਅਤੇ ਪਰਾਏ ਪੁਰਖ ਦੇ ਨਾਲ ਪ੍ਰੇਮ ਪਾ ਲਵੇ, ਉਸ ਨੂੰ ਕਮਜਾਤ ਕਿਹਾ ਜਾਂਦਾ ਹੈ। ਇਸ ਪ੍ਰਕਾਰ ਖਸਮ ਵਿਸਾਰੈ, ਜਿਹੜੇ ਆਪਣੇ ਖਸਮ ਪਰਮੇਸ਼ਰ ਨੂੰ ਵਿਸਾਰ ਦਿੰਦੇ ਹਨ, ਭੁਲਾ ਦਿੰਦੇ ਹਨ, ਤੇ ਕਮਜਾਤ, ਉਹਨਾਂ ਨੂੰ ਫਿਰ ਕਮਜਾਤ ਕਿਹਾ ਜਾਵੇਗਾ। ਇਸੇ ਹੀ ਪ੍ਰਕਾਰ ਕਮਜਾਤ ਭਾਵ ਨੀਵੀਂ ਜਾਤ ਵਾਲੇ, ਜਿਨ੍ਹਾਂ ਨੂੰ ਕੋਈ ਆਦਰ ਨਹੀਂ ਦਿੰਦਾ, ਸਾਰੇ ਧ੍ਰਿਗ ਕਹਿੰਦੇ ਹਨ। ਖਸਮ ਵਿਸਾਰੇ, ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਵਿਸਾਰ ਦਿੱਤਾ, ਉਹ ਨੀਵੀਂ ਜਾਤ ਵਾਲੇ ਕਹੇ ਜਾਂਦੇ ਹਨ ਪਰਮੇਸ਼ਰ ਦੇ ਦੁਆਰ 'ਤੇ। ਇਸੇ ਹੀ ਪ੍ਰਕਾਰ ਕਮਜਾਤ ਭਾਵ ਕਾਮ ਬੁੱਧੀ ਭਾਵ ਬੇਸਮਝ, ਅਜਿਹੇ ਜੋ ਜੀਵ ਹਨ ਜਿਨ੍ਹਾਂ ਨੇ ਪਰਮੇਸ਼ਰ ਨੂੰ ਭੁਲਾ ਦਿੱਤਾ, ਉਹਨਾਂ ਨੂੰ ਪਰਮੇਸ਼ਰ ਦੇ ਦਰ 'ਤੇ ਬੇਸਮਝ, ਬੇਵਕੂਫ ਕਿਹਾ ਜਾਵੇਗਾ। ਇਸੇ ਹੀ ਪ੍ਰਕਾਰ ਕਾਮ ਜਾਤ, ਜੋ ਕਾਮ ਭਾਵ ਨੀਵੀਆਂ, ਜਾਤ ਭਾਵ ਜੂਨੀਆਂ, ਜੋ ਨੀਵੀਆਂ ਜੂਨਾਂ ਦੇ ਵਿੱਚ ਜਿਹੜੇ ਪਰਮੇਸ਼ਰ ਨੇ, ਜਿਨ੍ਹਾਂ ਨੇ ਖਸਮ ਵਿਸਾਰ ਹੈ, ਪਰਮੇਸ਼ਰ ਨੂੰ ਵਿਸਾਰ ਦਿੱਤਾ, ਉਸ ਦੀ ਬੰਦਗੀ ਸਿਮਰਨ ਨਹੀਂ ਕੀਤਾ, ਉਹ ਕੰਮ ਜਾਤ, ਨੀਵੀਆਂ ਟੇਢੀਆਂ ਮੇਢੀਆਂ ਜੂਨਾਂ ਦੇ ਅੰਦਰ ਉਹਨਾਂ ਦਾ ਬਾਰ-ਬਾਰ ਆਉਣ ਜਾਣ ਹੋਵੇਗਾ। ਨਾਨਕ ਨਾਵੈ ਬਾਝ ਸਨਾਤ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਹਨ, ਨਾਵੈ ਬਾਝ ਸਨਾਤ, ਜਿਨ੍ਹਾਂ ਨੇ ਜੋ ਪਰਮੇਸ਼ਰ ਦਾ ਸਿਮਰਨ ਨਹੀਂ ਕੀਤਾ, ਨਾਮੈ ਬਾਝ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਨਹੀਂ ਟਿਕਿਆ, ਸਨਾਤ, ਉਹ ਭੂਤ ਨੇ, ਬੇਤਾਲੇ ਕਹੇ ਜਾਂਦੇ ਹਨ। ਜਿਸ ਪ੍ਰਕਾਰ ਸਤਿਗੁਰਾਂ ਨੇ ਫਰਮਾਇਆ ਹੈ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰੀ ਧੀ ਜਨੂਰਾ, ਜੋਰੂ ਜਿਨ੍ਹਾਂ ਦਾ ਸਿਕਦਾਰ। ਇਸ ਪ੍ਰਕਾਰ ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਨਹੀਂ, ਉਹ ਭੂਤ ਨੇ, ਬੇਤਾਲੇ ਕਹੇ ਜਾਂਦੇ ਹਨ। ਇਸੇ ਪ੍ਰਕਾਰ ਕਬੀਰ ਸਾਹਿਬ ਫਰਮਾਉਂਦੇ ਹਨ, ਕਬੀਰ ਜਾ ਘਰ ਸਾਧ ਨਾ ਸੇਵੀਆ ਹੈ, ਹਰ ਕੀ ਸੇਵਾ ਨਾਹੇ, ਤੇ ਘਰ ਮਰਹਟ ਸਾਰਖੇ, ਭੂਤ ਬਸਹਿ ਤਿਨ ਮਾਹੇ। ਜਿਨ੍ਹਾਂ ਘਰਾਂ ਦੇ ਅੰਦਰ ਸਾਧੂਆਂ ਦੀ ਸੇਵਾ ਨਹੀਂ ਕੀਤੀ ਜਾਂਦੀ, ਪਰਮੇਸ਼ਰ ਦੀ ਸੇਵਾ ਨਹੀਂ ਕੀਤੀ ਜਾਂਦੀ, ਪਰਮੇਸ਼ਰ ਦੀ ਬੰਦਗੀ ਨਹੀਂ ਕੀਤੀ ਜਾਂਦੀ, ਉਹਨਾਂ ਦੇ ਘਰਾਂ ਅੰਦਰ ਭੂਤ ਵਸਦੇ ਹਨ। ਕਹਿਣ ਤੋਂ ਭਾਵ ਉਹ ਮਸਾਣਾਂ ਦੇ ਬਰਾਬਰ ਹਨ, ਉਹ ਘਰ ਜਿਨ੍ਹਾਂ ਦੇ ਘਰ ਪਰਮੇਸ਼ਰ ਦੀ ਬੰਦਗੀ ਨਹੀਂ ਹੁੰਦੀ, ਸਿਮਰਨ ਨਹੀਂ ਹੁੰਦਾ। ਇਸ ਪ੍ਰਕਾਰ ਸਤਿਗੁਰ ਫਰਮਾਉਂਦੇ ਹਨ, ਨਾਨਕ ਨਾਵੈ ਬਾਝ ਸਨਾਤ, ਨਾਮ ਤੋਂ ਬਿਨਾਂ ਜੋ ਜੀਵ ਹੈ ਉਹ ਭੂਤਨਿਆਂ ਦੀ ਨਿਆਈ ਹੈ। ਇਹ ਸਤਿਗੁਰਾਂ ਨੇ ਅੱਜ ਦੇ ਇਸ ਸ਼ਬਦ ਦੇ ਅੰਦਰ ਬਖਸ਼ਿਸ਼ ਕੀਤੀ। ਸਤਿਗੁਰਾਂ ਨੇ ਇਹ ਫਰਮਾਇਆ ਕਿ ਆਖਾਂ ਜੀਵਾਂ ਤੇ ਵਿਸਰੈ ਮਰ ਜਾਉ, ਕਿ ਮੇਰਾ ਮਰਨ ਹੋ ਜਾਂਦਾ ਹੈ ਜੇਕਰ ਮੈਂ ਪਰਮੇਸ਼ਰ ਨੂੰ ਵਿਸਾਰ ਦਿੰਦਾ ਹਾਂ, ਤੇ ਜੇਕਰ ਮੈਂ ਪਰਮੇਸ਼ਰ ਦਾ ਨਾਮ ਸਿਮਰਦਾ ਹਾਂ, ਆਖਦਾ ਹਾਂ, ਤਾਂ ਮੈਂ ਜਿਉਣਾ ਹਾਂ। ਇਸ ਪ੍ਰਕਾਰ ਸਾਧ ਸੰਗਤ, ਅੱਜ ਜੋ ਇੱਕ ਸ਼ਬਦ ਦੀ ਸੰਪੂਰਨਤਾ ਹੋਈ ਹੈ, ਕੱਲ੍ਹ ਨੂੰ ਜੋ ਅਗਲਾ ਸ਼ਬਦ ਹੈ, ਹਰ ਕੇ ਜਾਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ, ਜੋ ਚੌਥੇ ਮਹਾਰਾਜ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਇਹ ਸ਼ਬਦ ਹੈ, ਉਹ ਆਪਾਂ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕਰਾਂਗੇ। ਸੋ ਸਾਧ ਸੰਗਤ, ਇਸੇ ਹੀ ਪ੍ਰਕਾਰ ਆਪਾਂ ਵਡਭਾਗੇ ਹਾਂ ਜੋ ਆਪਾਂ ਇੱਥੇ ਪਹੁੰਚੇ ਹਾਂ ਗੁਰੂ ਮਹਾਰਾਜ ਦੇ ਦਰਬਾਰ ਦੇ ਅੰਦਰ, ਸਤ ਸੰਗਤ ਦੇ ਅੰਦਰ ਜੁੜ ਕੇ ਬੈਠੇ ਹਾਂ ਸਾਧ ਸੰਗਤ, ਕਿਉਂਕਿ ਕਲਯੁਗੀ ਜੀਵਾਂ ਦਾ ਇਹ ਸੁਭਾਅ ਹੈ
ਕਿ ਜੋ ਫਿਲਮਾਂ ਆਦਿਕ ਦੇਖਣ ਨੂੰ ਤਾਂ 3-3 ਘੰਟੇ ਬੰਦਾ ਬੈਠਦਾ ਹੈ, 3-3 ਘੰਟੇ ਨਿਕਾਲ ਲੈਂਦਾ ਹੈ। ਇਸੇ ਪ੍ਰਕਾਰ ਸੈਰਾਂ ਕਰਨ ਦੇ ਅੰਦਰ, ਗੱਪਾਂ ਮਾਰਨ ਦੇ ਅੰਦਰ ਅਤੇ ਦੂਸਰਿਆਂ ਦੀ ਨਿਖੇਧੀ ਕਰਨ ਦੇ ਅੰਦਰ ਘੰਟਿਆਂ ਬੱਧੀ ਮਨੁੱਖ ਸਮਾਂ ਕੱਢ ਲੈਂਦਾ ਹੈ। ਪਰ ਸਾਧ ਸੰਗਤ ਜਿਸ ਸਮੇਂ ਇਸ ਨੂੰ ਕਹੀਏ ਨਾ ਕਿ ਗੁਰਦੁਆਰਾ ਸਾਹਿਬ ਕਥਾ ਹੁੰਦੀ ਹੈ, ਆਇਆ ਕਰੋ, ਤਾਂ ਉਸ ਵੇਲੇ ਜੀਵ ਨੂੰ ਕੰਮ ਚੇਤੇ ਆ ਜਾਂਦੇ ਹਨ ਕਿ ਮੈਂ ਇਸ ਫਲਾਣਾ ਕੰਮ ਇਸ ਵੇਲੇ ਕਰਨਾ ਹੁੰਦਾ ਹੈ। ਸੋ ਸਾਧ ਸੰਗਤ, ਜਿਸ ਪਰਮੇਸ਼ਰ ਨੇ ਆਪਾਂ ਨੂੰ ਇੱਕ ਕੰਮਕਾਰ ਬਖਸ਼ਿਸ਼ ਕੀਤੇ ਹਨ ਨਾ, ਇਹ ਹੱਥ ਪੈਰ ਕੰਮ ਕਰਨ ਨੂੰ ਦਿੱਤੇ ਹਨ, ਉਹ ਪਰਮੇਸ਼ਰ ਦੀ ਆਪਾਂ ਸ਼ੁਕਰਾਨਾ ਕਰਿਆ ਕਰੀਏ ਕਿ ਸਾਡੇ ਇਹ ਹੱਥ ਪੈਰ ਚੱਲਦੇ ਰਹਿਣ, ਅਸੀਂ ਇਹ ਕੰਮਕਾਰ ਵੀ ਕਰਦੇ ਰਹੀਏ। ਅਤੇ ਇਸ ਕਰਕੇ ਸਾਧ ਸੰਗਤ, ਨਾ ਸ਼ੁਕਰੇ ਨਾ ਬਣੀਏ, ਅਕਿਰਤ ਕਣ ਨਾ ਬਣੀਏ, ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ ਕਰੀਏ ਅਤੇ ਪਹੁੰਚ ਕੇ ਜੋ ਪਰਮੇਸ਼ਰ ਦੀ ਵਡਿਆਈ ਉਹ ਹੈ ਉਹ ਸਰਵਣ ਕਰੀਏ, ਸਤਿਗੁਰਾਂ ਦੀ ਖੁਸ਼ੀ ਪ੍ਰਾਪਤ ਕਰੀਏ, ਸਤਿਗੁਰਾਂ ਦਾ ਧੰਨਵਾਦ ਕਰੀਏ ਕਿ ਸਾਨੂੰ ਇਹ ਸਰੀਰ ਮਿਲਿਆ ਹੈ ਜਿਸ ਕਰਕੇ ਅਸੀਂ ਕੰਮਕਾਰ ਕਰ ਰਹੇ ਹਾਂ। ਸੋ ਇਹ ਸਤਿਗੁਰਾਂ ਨੇ ਅੱਜ ਪਾਵਨ ਸ਼ਬਦ 'ਚ ਬਖਸ਼ਿਸ਼ ਕੀਤੀ। ਸਾਰੀ ਹੀ ਸੰਗਤ ਦਾ ਧੰਨਵਾਦ। ਗੁਰਬਾਣੀ ਪੜ੍ਹਦਿਆਂ, ਕਥਾ ਕਰਦਿਆਂ ਅਨੇਕਾਂ ਗਲਤੀਆਂ ਹੋ ਗਈਆਂ ਹਨ, ਜੋ ਸਤਿਗੁਰੂ ਬਖਸ਼ਣਹਾਰ ਹਨ। ਸਤਿਗੁਰੂ ਬਖਸ਼ ਲੈਣ, ਕਿਰਪਾ ਕਰਨ ਅਤੇ ਸਤਿਗੁਰੂ ਦੀ ਸੰਗਤ ਬਖਸ਼ਣਯੋਗ ਹੈ। ਆਪਣਾ ਬੱਚਾ ਜਾਣ ਕੇ ਮਾਫ਼ ਕਰ ਦੇਣ ਅਤੇ ਇਸੇ ਹੀ ਤਰ੍ਹਾਂ ਸਤਿਗੁਰੂ ਆਪ ਉੱਦਮ ਬਖਸ਼ਿਸ਼ ਕਰਕੇ ਅਤੇ ਕਥਾ ਵਿਚਾਰਾਂ ਕਰਵਾ ਲਿਆ ਕਰਨ ਅਤੇ ਰਹਿੰਦੇ ਦੀਵਾਨਾਂ 'ਚ ਵੀ ਸਤਿਗੁਰੂ ਆਪ ਸਹਾਈ ਹੋਣ। ਅਤੇ ਆਖਰੀ ਪੰਕਤੀਆਂ ਪੜ੍ਹ ਕੇ ਹੁਣ ਸਾਰੀ ਹੀ ਸਮਾਪਤੀ ਹੈ ਜੀ। ਜੇਵਡ ਆਪ ਤੇਵਡ ਤੇਰੀ ਦਾਤ, ਜਿਨ ਦਿਨ ਕਰਕੈ ਕੀਤੀ ਰਾਤ, ਖਸਮ ਵਿਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮਹਿ, ਦੁਖ ਭੰਜਨ ਗੁਣਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ, ਹੇ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮਦਾਨ, ਰਾਖੋ ਹੀਐ ਪਰੋਏ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।